ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਅਮਿਓ ਦ੍ਰਿਸ਼ਟ ਸੁਭ ਕਰੈ ਹਰੇ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਵੱਲ। ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ। ਗੁਰ ਨਵਨਿਧ ਦਰਿਆਉ ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ ਅਹੰਸ ਸਹਿਜ ਸੁਭਾਈ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤੋ ਮਨ ਪਵਨ ਸੁਖ ਬਣਿਆ। ਕਿਛ ਜੋਗ ਪਰਾਪਤ ਗਨਿਆ। ਸੰਤੋ ਮਨ ਪਵਨ ਸੁਖ ਬਣਿਆ। ਕਿਛ ਜੋਗ ਪਰਾਪਤ ਗਨਿਆ। ਰਹਾਉ ਗੁਰ ਦਿਖਲਾਈ ਮੋਰੀ। ਜਿਤ ਮਿਰਗ ਪੜਤ ਹੈ ਚੋਰੀ। ਮੂੰਦ ਲਿਏ ਦਰਵਾਜੇ ਬਾਜੀਅਲੇ ਅਨਹਦ ਬਾਜੇ। ਕੁੰਭ ਕਮਲ ਜਲ ਭਰਿਆ। ਜਲ ਮੇਟਿਆ ਊਬਾ ਕਰਿਆ। ਕਹੋ ਕਬੀਰ ਜਨ ਜਾਣਿਆ। ਜੋ ਜਾਣਿਆ ਤੋ ਮਨ ਮਾਨਿਆ। ਕੁੰਭ ਕਮਲ ਜਲ ਭਰਿਆ। ਜਲ ਮੇਟਿਆ ਊਬਾ ਕਰਿਆ। ਕਹੋ ਕਬੀਰ ਜਨ ਜਾਣਿਆ। ਜੋ ਜਾਣਿਆ ਤੋ ਮਨ ਮਨ ਮਾਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਰਾਮਦਾਸ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ, ਜਿਨ੍ਹਾਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਨੇ ਆਪਣੇ ਤਖਤ ਤੇ ਬਿਰਾਜਮਾਨ ਹੋ ਕਰਕੇ ਜੋ ਅੱਜ ਦਾ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 656 ਉੱਪਰ ਰਾਗ ਸੋਠ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੇ ਉਚਾਰਨ ਕੀਤੇ ਹੋਏ ਇਹ ਪਾਵਨ ਬੋਲ ਆਪ ਜੀ ਨੇ ਸਰਵਣ ਕੀਤੇ ਹਨ। ਨਿਤਾ ਪ੍ਰਤੀ ਹਰ ਰੋਜ਼ ਦੀ ਤਰ੍ਹਾਂ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਆਪ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਹਰ ਜਸ ਸਰਵਣ ਕਰਕੇ ਜਿੱਥੇ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਗੁਰੂ ਦੀਆਂ ਪ੍ਰਾਪਤ ਕਰਦੇ ਹੋ, ਉੱਥੇ ਨਾਲ ਹੀ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਦੇ ਪਾਤਰ ਵੀ ਬਣੇ ਹੋ। ਭਗਤ ਕਬੀਰ ਸਾਹਿਬ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੇ ਵਿੱਚੋਂ ਸਭ ਤੋਂ ਵੱਧ ਰਚਨਾ ਭਗਤ ਕਬੀਰ ਸਾਹਿਬ ਜੀ ਦੀ ਹੈ। 18 ਰਾਗਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕੀਤਾ ਹੋਇਆ। ਅੱਜ ਦਾ ਜੋ ਮੁੱਖ ਵਾਕ ਸਾਨੂੰ ਸਤਿਗੁਰੂ ਜੀ ਨੇ ਭਗਤ ਕਬੀਰ ਸਾਹਿਬ ਜੀ ਦੇ ਰਾਹੀਂ ਸਮਝਾਉਣਾ ਕੀਤਾ ਹੈ, ਇਸ ਦੇ ਵਿੱਚ ਦੋ ਵਿਚਾਰਧਾਰਾ ਮੁੱਖ ਤੌਰ ਤੇ ਸਾਡੇ ਸਾਹਮਣੇ ਆਉਂਦੀਆਂ ਨੇ। ਪਹਿਲੀ ਬਾਤ ਸਾਂਝੀ ਕੀਤੀ ਹੈ ਮਨ ਬਾਰੇ। ਮਨ ਹੈ ਕੀ ਹੈ, ਇਸ ਦਾ ਰੂਪ ਕੀ ਹੈ, ਇਸ ਦਾ ਆਕਾਰ ਕੀ ਹੈ, ਇਸ ਬਾਬਤ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਦੂਸਰੀ ਬਾਤ ਹੈ ਕਿ ਇਸ ਮਨ ਨੂੰ ਵਸ ਵਿੱਚ ਕਿਵੇਂ ਕਰਨਾ ਹੈ। ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ ਔਰ ਆਪਣੀ ਸੂਝ-ਬੂਝ ਦੇ ਨਾਲ ਇਸ ਨੇ ਵੱਡੇ ਵੱਡੇ ਹਾਥੀਆਂ ਨੂੰ ਆਪਣੇ ਵਸ ਵਿੱਚ ਕਰ ਲਿਆ। ਤੁਸੀਂ ਵੇਖਦੇ ਹੋ ਹਾਥੀ ਤੇ ਮਨੁੱਖ ਦਾ ਕੀ ਮੁਕਾਬਲਾ ਹੈ। ਹਾਥੀ ਦਾ ਆਕਾਰ ਕਿੱਡਾ ਵੱਡਾ ਹੈ, ਪਰ ਮਨੁੱਖ ਨੇ ਆਪਣੀ ਸੂਝ-ਬੂਝ ਦੇ ਨਾਲ ਹਾਥੀ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਇਸ ਕਰਕੇ ਹਾਥੀ ਦੇ ਉੱਤੇ ਮਨੁੱਖ ਸਵਾਰੀ ਕਰਦਾ ਹੈ। ਸ਼ੇਰ ਦਾ ਤੇ ਮਨੁੱਖ ਦਾ ਕੀ ਮੁਕਾਬਲਾ ਹੈ। ਸ਼ੇਰ ਕਿਤਨਾ ਤਾਕਤਵਰ ਹੈ, ਪਰ ਮਨੁੱਖ ਨੇ ਆਪਣੀ ਸੂਝ-ਬੂਝ ਦੇ ਨਾਲ ਉਸ ਤਾਕਤਵਰ ਸ਼ੇਰ ਨੂੰ ਵੀ ਆਪਣੇ ਵਸ ਵਿੱਚ ਕੀਤਾ ਹੋਇਆ ਹੈ ਤੇ ਆਪਣੀ ਸੂਝ-ਬੂਝ ਦੇ ਨਾਲ ਇਸ ਨੇ ਉਸ ਸ਼ੇਰ ਨੂੰ ਪਿੰਜਰੇ ਦੇ ਵਿੱਚ ਡੱਕ ਦਿੱਤਾ ਹੈ। ਵਾਸਤਵ ਵਿੱਚ ਵੇਖਿਆ ਜਾਵੇ ਤਾਂ ਸ਼ੇਰ ਤੇ ਮਨੁੱਖ ਇਸ ਦਾ ਕੋਈ ਮੁਕਾਬਲਾ ਨਹੀਂ, ਪਰ ਇਸ ਨੇ ਤਾਕਤਵਰ ਜਾਨਵਰਾਂ ਨੂੰ, ਸ਼ੇਰਾਂ ਵਰਗਿਆਂ ਨੂੰ ਵੀ ਆਪਣੇ ਵਸ ਵਿੱਚ ਕੀਤਾ ਹੋਇਆ ਹੈ, ਆਪਣੀ ਸੂਝ-ਬੂਝ ਦੇ ਨਾਲ ਪਿੰਜਰਿਆਂ ਦੇ ਵਿੱਚ ਡੱਕ ਦਿੱਤਾ ਹੈ। ਬਹੁਤ ਵੱਡੇ ਭਿਆਨਕ ਕੋਬਰਾ ਵਰਗੇ ਨਾਗ ਜਿਹੜੇ ਨੇ, ਸੱਪ ਜਿਹੜੇ ਨੇ, ਜਿਨ੍ਹਾਂ ਦੇ ਫੁਨਕਾਰਾ ਮਾਰਿਆ ਹੀ ਬੰਦਾ ਤਬਾਹ ਹੋ ਜਾਂਦਾ ਹੈ, ਡੰਗ ਮਾਰਨ ਦੀ ਦੂਰ ਗੱਲ ਰਹੀ, ਪਰ ਮਨੁੱਖ ਨੇ ਆਪਣੀ ਸੂਝ-ਬੂਝ ਦੇ ਨਾਲ ਉਹ ਕੋਬਰੇ, ਨਾਗ ਵਰਗੇ ਸੱਪ ਜਿਹੜੇ ਜਿਨ੍ਹਾਂ ਦੇ ਫੁਨਕਾਰੇ ਦੇ ਨਾਲ ਹੀ ਬੰਦਾ ਖਤਮ ਹੋ ਜਾਂਦਾ ਹੈ, ਉਸ ਨੂੰ ਵੀ ਆਪਣੀ ਸੂਝ-ਬੂਝ ਦੇ ਨਾਲ ਪਟਾਰੀਆਂ ਦੇ ਵਿੱਚ ਬੰਦ ਕਰ ਦਿੱਤਾ ਹੈ।
ਇੰਜ ਕਹਿ ਲਓ ਕਿ ਮਨੁੱਖ ਨੇ ਆਪਣੀ ਸੂਝ-ਬੂਝ ਦੇ ਨਾਲ ਵੱਡੇ ਤੋਂ ਵੱਡੇ ਜਾਨਵਰ ਜਿਹੜੇ ਹਾਥੀ ਸੀ ਉਹਨਾਂ ਨੂੰ ਆਪਣੇ ਵੱਸ ਵਿੱਚ ਕਰ ਲਿਆ ਹੈ। ਤਾਕਤਵਰ ਜਾਨਵਰ ਜਿਹੜੇ ਸ਼ੇਰ ਵਰਗੇ ਸਨ ਉਹਨਾਂ ਨੂੰ ਵੀ ਆਪਣੇ ਵੱਸ ਵਿੱਚ ਕਰ ਲਿਆ ਹੈ। ਤੇ ਕੋਬਰੇ ਵਰਗੇ ਨਾਗ ਸੱਪ ਜਿਹੜੇ ਸੀਗੇ ਉਹਨਾਂ ਨੂੰ ਵੀ ਆਪਣੇ ਵੱਸ ਵਿੱਚ ਕਰਕੇ ਪਟਾਰੀਆਂ ਦੇ ਵਿੱਚ ਬੰਦ ਕਰ ਦਿੱਤਾ ਹੈ। ਇੱਕੋ ਇੱਕ ਐਸੀ ਚੀਜ਼ ਹੈ, ਇਸ ਨੇ ਹਾਥੀਆਂ ਨੂੰ ਵੱਸ ਵਿੱਚ ਕਰ ਲਿਆ, ਸ਼ੇਰਾਂ ਨੂੰ ਵੱਸ ਵਿੱਚ ਕਰ ਲਿਆ, ਕੋਬਰੇ ਨਾਗਾਂ ਨੂੰ ਵੱਸ ਵਿੱਚ ਕਰ ਲਿਆ, ਪਰ ਹਾਥੀਆਂ ਨੂੰ ਵੱਸ ਕਰਨ ਵਾਲਿਆ, ਸ਼ੇਰਾਂ ਨੂੰ ਵੱਸ ਕਰਨ ਵਾਲਿਆ, ਨਾਗਾਂ ਨੂੰ ਵੱਸ ਕਰਨ ਵਾਲਿਆ, ਤੇਰਾ ਆਪਣਾ ਹੀ ਮਨ ਤੇਰੇ ਆਪਣੇ ਵੱਸ ਵਿੱਚ ਨਹੀਂ ਹੈ। ਇਹਦਾ ਮਨੁੱਖ ਦਾ ਆਪਣਾ ਮਨ ਹੀ ਜਿਹੜਾ ਨਾ ਉਹਨੂੰ ਨਹੀਂ ਇਹ ਵੱਸ ਵਿੱਚ ਕਰ ਸਕਿਆ। ਬਸ ਇਹਦੇ ਦੁੱਖਾਂ ਦਾ ਪ੍ਰਮੁੱਖ ਤੌਰ ਤੇ ਕਾਰਨ ਇਹੋ ਹੀ ਹੈ ਕਿ ਇਹਦਾ ਆਪਣਾ ਹੀ ਮਨ ਇਹਦੇ ਵੱਸ ਵਿੱਚ ਨਹੀਂ ਹੈ। ਪਰ ਇਹ ਮਨ ਚਲਾਕੀਆਂ ਦੇ ਨਾਲ, ਸਿਆਣਪਾਂ ਦੇ ਨਾਲ, ਚਤਰਾਈਆਂ ਦੇ ਨਾਲ ਵੱਸ ਵਿੱਚ ਹੋਣ ਵਾਲਾ ਨਹੀਂ ਜੀ। ਇਸ ਨੇ ਆਪਣੀ ਸੂਝ-ਬੂਝ ਦੇ ਨਾਲ ਉਹਨਾਂ ਜਾਨਵਰਾਂ ਨੂੰ, ਉਹਨਾਂ ਹਾਥੀਆਂ ਨੂੰ, ਸ਼ੇਰਾਂ ਨੂੰ, ਸੱਪਾਂ ਨੂੰ ਤਾਂ ਬੰਦ ਕਰ ਲਿਆ ਹੈ, ਪਰ ਇਹ ਆਪਣੀ ਸੂਝ-ਬੂਝ ਦੇ ਨਾਲ ਆਪਣੇ ਮਨ ਨੂੰ ਵੱਸ ਵਿੱਚ ਨਹੀਂ ਜੇ ਕਰ ਸਕਦਾ। ਜੇ ਆਪਣੇ ਇਸ ਮਨ ਨੂੰ ਵੱਸ ਵਿੱਚ ਕਰਨਾ ਚਾਹੁੰਦਾ ਹੈ ਤੇ ਆਪਣੀ ਸੂਝ-ਬੂਝ ਦੇ ਨਾਲ ਨਹੀਂ, ਗੁਰੂ ਦੀ ਦਿੱਤੀ ਹੋਈ ਸੂਝ-ਬੂਝ ਦੇ ਨਾਲ ਇਹਦਾ ਮਨ ਵੱਸ ਵਿੱਚ ਆ ਸਕਦਾ ਹੈ। ਗੁਰੂ ਦੀ ਦਿੱਤੀ ਹੋਈ ਸੂਝ-ਬੂਝ ਦੇ ਨਾਲ ਹੀ ਮਨੁੱਖ ਦਾ ਮਨ ਵੱਸ ਵਿੱਚ ਆ ਸਕਦਾ ਹੈ। ਨਹੀਂ ਤਾਂ ਵਾਸਤਵ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਗੁਰਬਾਣੀ ਵਿੱਚ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ, ਮਾਹੀ ਮਨ ਮੇਰੋ ਬਸ ਨਾਹੀ, ਨਿਸਬਾਸਰ ਬਿਖਿਆਨ ਕੋ ਧਾਵੈ। ਦਿਨ ਰਾਤ ਇਹ ਮਨ ਬਸ ਵਿੱਚ ਨਾ ਹੋਣ ਕਰਕੇ ਦਿਨ ਰਾਤ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਰਹਿੰਦਾ ਹੈ। ਸੁੱਤਾ ਪਿਆ ਹੋਇਆ ਵੀ ਇਸ ਤਰ੍ਹਾਂ ਦੇ ਚਿੰਤਨ ਵਿੱਚ ਰਹਿੰਦਾ ਹੈ, ਵਿਕਾਰਾਂ ਦੇ ਵਿੱਚ ਰਹਿੰਦਾ ਹੈ। ਮਨ ਰੇ ਕੌਣ ਕਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, RAM ਭਗਤ ਨਹਿ ਕੀਨੀ। ਇਹ ਮੇਰੇ ਮਨਾ, ਤੂੰ ਕਿਹੜੀ ਭੈੜੀ ਮਤ ਲੈ ਲਈ ਹੈ, ਕਿਹਦੀ ਸੰਗਤ ਕਰਦਾ ਹੈ, ਕਿਹਨਾਂ ਦੇ ਕੋਲ ਜਾ ਕੇ ਬੈਠਦਾ ਹੈ, ਜਿਸ ਕਾਰਨ ਕਰਕੇ, ਇਸ ਭੈੜੀ ਮਤ ਕਾਰਨ ਕਰਕੇ ਤੈਨੂੰ ਕਥਾ ਕੀਰਤਨ ਚੰਗਾ ਨਹੀਂ ਜੇ ਲੱਗਦਾ, ਤੈਨੂੰ ਬਾਣੀ ਚੰਗੀ ਨਹੀਂ ਲੱਗਦੀ। ਕੀਰਤਨ ਹੋ ਰਿਹਾ ਹੋਵੇ ਤੇ ਇੱਕ ਪਾਸੇ ਨਾਚ ਹੁੰਦੇ ਹੋਵਣ, ਨਾਚ ਹੁੰਦੇ ਹੋਣ, ਉੱਥੇ ਕਦੇ ਅੱਕਦਾ ਨਹੀਂ, ਥੱਕਦਾ ਨਹੀਂ। ਪਰ ਜਿੱਥੇ ਕਥਾ ਕੀਰਤਨ ਹੋ ਰਿਹਾ ਹੋਵੇ ਉੱਥੇ ਅੱਕਦਾ ਵੀ ਹੈ ਤੇ ਥੱਕਦਾ ਵੀ ਹੈ। ਉੱਥੇ ਕਦੇ ਨਹੀਂ ਆਖਦਾ ਕਿ ਕਦੋਂ ਸਮਾਪਤੀ ਕਰਨੀ ਹੈ, ਗਾਉਣ ਵਾਲੇ ਨੂੰ ਆਖਦਾ ਇੱਕ ਗਾਣਾ ਹੋਰ ਗਾ ਦਿਓ। ਪਰ ਜਿੱਥੇ ਸ਼ਬਦ ਕੀਰਤਨ ਕਥਾ ਗੁਰਮਤਿ ਵਿਚਾਰਾਂ ਹੋ ਰਹੀਆਂ ਹੋਣ ਉੱਥੇ ਕਦੇ ਨਹੀਂ ਆਖਦਾ ਕਿ ਇੱਕ ਸ਼ਬਦ ਹੋਰ ਸੁਣਾ ਦਿਓ। ਉੱਥੇ ਤਾਂ ਇਹੋ ਹੀ ਗੱਲ ਤੇ ਜ਼ੋਰ ਦਿੰਦਾ ਕਿ ਭੋਗ ਕਿੰਨੇ ਵਜੇ ਪਾਉਣਾ ਹੈ। ਮਨ ਰੇ ਕੌਣ ਕੁਮਤ ਤੈ ਲੀਨੀ, ਹੇ ਮੇਰੇ ਮਨਾ ਤੂੰ ਕਿਹਦੇ ਕੋਲ ਬੈਠਦਾ ਹੈ, ਕਿਹਨਾਂ ਦੀ ਸੰਗਤ ਕਰਦਾ ਹੈ, ਕਿਹਦੇ ਕੋਲ ਇਹ ਭੈੜੀ ਮਤ ਲੈ ਲਈ ਹੈ ਜਿਹਦੇ ਕਰਕੇ ਜਿਹੜਾ ਤੇਰਾ ਧਿਆਨ ਹੈ ਪਰਦਾਰਾ ਨਿੰਦਿਆ ਰਸ ਰਚਿਓ। ਜਿਹੜਾ ਤੇਰਾ ਧਿਆਨ ਹੈ ਉਹ ਪਰਦਾਰਾ, ਪਰ ਇਸਤਰੀ ਵਾਲੇ ਪਾਸੇ ਜਾਂਦਾ, ਵਿਕਾਰਾਂ ਵਾਲੇ ਪਾਸੇ ਜਾਂਦਾ, ਨਿੰਦਿਆ ਵਾਲੇ ਪਾਸੇ ਜਾਂਦਾ। ਨਿੰਦਿਆ ਕਰਨ ਵਾਲਾ ਸੁਭਾਅ ਤੇਰਾ ਅਜੇ ਤੱਕ ਹਟਿਆ ਨਹੀਂ ਜੇ। ਪਰਦਾਰਾ ਨਿੰਦਿਆ ਰਸ ਰਚਿਓ, RAM ਭਗਤ ਨਹਿ ਕੀਨੀ। ਪ੍ਰਮਾਤਮਾ ਦੀ ਭਗਤੀ ਨਹੀਂ ਤੂੰ ਕਰਦਾ, ਬਾਣੀ ਨਹੀਂ ਜੇ ਤੂੰ ਪੜਦਾ, ਸਿਮਰਨ ਨਹੀਂ ਜੇ ਤੂੰ ਕਰਦਾ, ਨਿਤਨੇਮ ਜੇ ਤੂੰ ਨਹੀਂ ਕਰਦਾ, ਅੰਮ੍ਰਿਤ ਨਹੀਂ ਛਕਦਾ, ਗੁਰੂ ਵਾਲਾ ਨਹੀਂ ਜੇ ਬਣਦਾ। ਇਹ ਮੇਰੇ ਮਨਾ ਤੂੰ ਕਿਹੜੀ ਭੈੜੀ ਮਤ ਲੈ ਲਈ ਹੈ, ਕੀ ਗੱਲ ਹੈ, ਕਿਹਨਾਂ ਦੀ ਸੰਗਤ ਕਰਦਾ ਹੈ। ਅੱਜ ਦੇ ਇਸ ਪਾਵਨ ਬਚਨ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਇਹ ਸਾਰਾ ਕੁਝ ਸਮਝਾਇਆ ਤੇ ਨਾਲ ਮਨ ਨੂੰ ਵਸ ਕਰਨ ਦਾ ਢੰਗ ਤਰੀਕਾ ਵੀ ਦੱਸਿਆ। ਕਿਹੜੀ ਜੁਗਤੀ ਹੈ, ਕਿਹੜਾ ਢੰਗ ਹੈ ਜਿਹਦੇ ਨਾਲ ਮਨ ਵਸ ਵਿੱਚ ਆ ਜਾਵੇ। ਤੇ ਨਾਲ ਹੀ ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਮੁੱਖ ਵਾਕ ਵਿੱਚ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਢੰਗ ਵੀ ਦੱਸਿਆ। ਸੈਲਫ ਐਨਾਲਿਸਿਸ ਕਹਿੰਦੇ ਆ ਇਸ ਨੂੰ, ਸਭੇ ਪੜਚੋਲ ਆਖਦੇ ਆ
ਕਿ ਆਪਣੇ ਆਪ ਦੀ ਪੜਚੋਲ ਕਿਵੇਂ ਕਰਨੀ ਹੈ, ਆਪਣੇ ਅੰਦਰ ਝਾਤੀ ਕਿਵੇਂ ਮਾਰਨੀ ਹੈ। ਸਾਡਾ ਸੁਭਾਅ ਤਾਂ ਇਹ ਹੈ, ਅਸੀਂ ਦੂਸਰੇ ਦੇ ਅੰਦਰ ਝਾਤੀ ਮਾਰਦੇ ਹਾਂ, ਦੂਸਰੇ ਦੇ ਵਿਕਾਰਾਂ ਨੂੰ ਵੇਖਦੇ ਹਾਂ, ਦੂਸਰੇ ਦੇ ਔਗਣਾਂ ਨੂੰ ਚਿਤਾਰਦੇ ਹਾਂ। ਪਰ ਭਗਤ ਕਬੀਰ ਸਾਹਿਬ ਜੀ ਅੱਜ ਦੇ ਮੁੱਖ ਵਾਕ ਵਿੱਚ ਸਾਨੂੰ ਸਮਝਾਉਂਦੇ ਹਨ, ਉਹ ਗੁਰੂ ਕੇ ਪਿਆਰ ਵਾਲਿਆ, ਦੂਸਰੇ ਵਾਲੇ ਪਾਸੇ ਝਾਕਦਾ ਹੈ, ਕਦੇ ਆਪਣੇ ਅੰਦਰ ਵੀ ਝਾਤੀ ਮਾਰ ਕੇ ਵੇਖਿਆ ਕਰ, ਤੇਰੇ ਅੰਦਰ ਕਿਹੜੇ ਕਿਹੜੇ ਵਿਕਾਰ ਨੇ, ਕਿਹੜੇ ਕਿਹੜੇ ਤੇਰੇ ਅੰਦਰ ਅਵਗਣ ਨੇ। ਗੁਰਬਾਣੀ ਦੇ ਵਿੱਚ ਇਹ ਫਰਮਾਨ ਆਪਾਂ ਕਈ ਵਾਰੀ ਪੜ੍ਹਦੇ ਹਾਂ, ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਆਹ ਸਾਡਾ ਸੁਭਾਅ, ਇਹ ਅੰਦਰ ਦੀ ਗੱਲ ਕੀਤੀ। ਇੱਕ ਵੀ ਸਾਡੇ ਵਿੱਚ ਗੁਣ ਨਹੀਂ ਹੈ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਕੇ ਬੋਧ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਇਤਨਾ ਵੱਡਾ ਕਾਰਜ ਕਰਕੇ ਵੀ ਦਾਵਾ ਨਹੀਂ ਕੀਤਾ, ਮਾਣ ਨਹੀਂ ਕੀਤਾ, ਅਰਦਾਸ ਕੀਤੀ ਹੈ ਕਿ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਹੁਣ ਵੇਖੋ, ਪਰਉਪਕਾਰੀ ਬਾਣੀ ਕੇ ਬੋਝ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਿੰਨੀ ਨਿਮਰਤਾ ਦੇ ਘਰ ਵਿੱਚ ਆ ਰਹੇ ਨੇ। ਕਹਿੰਦੇ ਹਨ ਕਿ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਹਮ ਅਵਗਣ ਭਰੇ ਏਕ ਗੁਣ ਨਾਹੀ। ਕਿਹੋ ਜੇ ਔਗਣ ਨੇ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਅੱਜ ਸਾਡੇ ਇਸ ਮਨ ਦਾ ਸੁਭਾਅ ਕੀ ਬਣਦਾ ਜਾ ਰਿਹਾ ਹੈ? ਅੰਮ੍ਰਿਤ ਨੂੰ ਛੱਡਦੇ ਜਾ ਰਹੇ ਹਾਂ ਤੇ ਜ਼ਹਿਰ ਨੂੰ ਅਸੀਂ ਆਪਣੇ ਅੰਦਰ ਲੈ ਕੇ ਆ ਰਹੇ ਹਾਂ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀ ਵਿਦੇ ਨੈਨੋ ਡਿਠੀ। ਅੱਜ ਅੰਮ੍ਰਿਤ ਕੌੜਾ ਲੱਗਦਾ ਪਿਆ ਹੈ। ਜਿਹੜਾ ਜ਼ਹਿਰ ਹੈ, ਜਿਹੜੇ ਨਸ਼ੇ ਨੇ, ਜਿਨ੍ਹਾਂ ਦੇ ਉੱਤੇ ਲਿਖਿਆ ਵੀ ਹੋਇਆ ਹੈ ਇਹ ਸਿਹਤ ਲਈ ਹਾਨੀਕਾਰਕ ਹੈ, ਲਿਖਿਆ ਹੋਇਆ ਹੈ, ਉਹਨਾਂ ਤੇ ਲਿਖਿਆ ਹੈ ਇਹ ਸਿਹਤ ਲਈ ਹਾਨੀਕਾਰਕ ਹੈ, ਫਿਰ ਵੀ ਉਹਨਾਂ ਦੀ ਵਰਤੋਂ ਕਰੀ ਜਾ ਰਿਹਾ ਹੈ। ਜਿਹਦੇ ਬਾਹਰ ਲਿਖਿਆ ਹੋਇਆ ਹੈ ਕਿ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ, ਉਹ ਜਿਹਦੇ ਬਾਹਰ ਲਿਖਿਆ ਹੋਇਆ ਹੈ ਕਿ ਅੰਮ੍ਰਿਤ ਪੀਵੋ ਸਦਾ ਚਿਰ ਵਾਸਤੇ ਤੁਸੀਂ ਜੀਂਦੇ ਰਹੋਗੇ, ਰੰਗ ਤਮਾਸ਼ਾ ਪੂਰਨ ਆਸਾ, ਕਬੇ ਨਾ ਵਿਆਪੇ ਚਿੰਤਾ। ਇਹ ਛੱਡ ਕੇ, ਅੰਮ੍ਰਿਤ ਛੱਡ ਕੇ ਅਸੀਂ ਜ਼ਹਿਰ ਵਾਲੇ ਪਾਸੇ ਦੌੜੇ ਫਿਰਦੇ ਹਾਂ। ਇਹ ਮਨ ਦਾ ਸੁਭਾਅ ਹੈ। ਮਨ ਮੈਲਾ ਹੋ ਜਾਵੇ ਉਹਨੂੰ ਅੰਮ੍ਰਿਤ ਕੌੜਾ ਲੱਗਦਾ ਹੈ, ਮਨ ਮੈਲਾ ਹੋ ਜਾਵੇ ਉਹਨੂੰ ਜ਼ਹਿਰ ਜਿਹੜਾ ਹੈ ਉਹ ਵਿਖਿਆ ਮਿੱਠੀ ਕਰ ਕਰ ਖਾਏ, ਉਹ ਜ਼ਹਿਰ ਨੂੰ ਮਿੱਠੀ ਕਰ ਕਰਕੇ ਖਾਂਦਾ ਹੈ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ, ਅੰਮ੍ਰਿਤ ਛੱਡ ਦਿੱਤਾ ਹੈ। ਪਹਿਲੀ ਗੱਲ ਤਾਂ ਛਕਿਆ ਹੀ ਨਹੀਂ। ਜੇ ਬਹੁਤਿਆਂ ਨੇ ਛਕਿਆ ਤੇ ਉਹਦੀ ਪਾਲਣਾ ਹੀ ਨਹੀਂ ਕਰ ਸਕੇ, ਉਹਦੀ ਸੰਭਾਲ ਹੀ ਨਹੀਂ ਜੇ ਕਰ ਸਕੇ। ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ। ਸਾਡਾ ਸੁਭਾਅ ਕੀ ਹੈ? ਮਨ ਦਾ ਸੁਭਾਅ ਕੀ ਹੈ? ਸੁਤ ਦਾਰਾ ਸਿਉ ਪ੍ਰੀਤ ਲਗਾਈ। ਮਨ ਨੇ ਗੁਰੂ ਦੇ ਨਾਲ ਪ੍ਰੀਤ ਨਹੀਂ ਜੇ ਲਾਈ। ਸੁਤ ਦਾਰਾ, ਧੀਆਂ ਪੁੱਤਰ ਪਰਿਵਾਰ, ਇਹਨਾਂ ਦੇ ਨਾਲ ਆਪਣੀ ਪ੍ਰੀਤ ਲਾਈ ਹੋਈ ਹੈ। ਚਰਨ ਸਰਨ ਸੰਗ ਨੇਹੋ ਕਿਨ ਵਿਰਲੇ ਵਿਰਲੇ ਲਾਇਆ। ਗੁਰੂ ਦਾ ਗਿਆਨ, ਗੁਰੂ ਦੀ ਜਾਣਕਾਰੀ ਮਨ ਮੰਨ ਗਿਆ ਹੈ। ਇਸ ਗੱਲ ਨੂੰ ਮਨ ਨੇ ਮੰਨ ਲਿਆ ਹੈ ਕਿ ਇਹ ਮੇਰਾ ਪਿਓ ਹੈ। ਉਹਨੂੰ ਸਮਝਾਉਣ ਦੀ ਬਹੁਤੀ ਲੋੜ ਨਹੀਂ ਪਈ, ਕੋਈ ਬਹੁਤੇ ਦਰਬਾਰ ਲਾਉਣ ਦੀ ਲੋੜ ਨਹੀਂ ਪਈ, ਕੋਈ ਬਹੁਤਾ ਅਡੰਬਰ ਕਰਨ ਦੀ ਲੋੜ ਨਹੀਂ ਪਈ। ਇੱਕੋ ਹੀ ਵਾਰੀ ਆਖਿਆ ਇਹ ਤੇਰਾ ਪਿਓ ਹੈ। ਪਿਓ ਨੂੰ ਪਿਓ ਮੰਨ ਲਿਆ। ਮਨ ਨੇ ਸਮਝ ਲਿਆ ਕਿ ਮੇਰਾ ਪਿਓ ਹੈ। ਇਹ ਤੇਰੀ ਮਾਂ ਹੈ
ਬਹੁਤਾ ਸਮਝਾਉਣ ਦੀ ਲੋੜ ਨਹੀਂ ਪਈ। ਇੱਕੋ ਹੀ ਵਾਰੀ ਆਖਿਆ ਇਹ ਤੇਰੀ ਮਾਂ ਹੈ। ਕਦੇ ਕਿੰਤੂ ਪ੍ਰੰਤੂ ਨਹੀਂ ਕੀਤਾ, ਕਦੇ ਸ਼ੱਕ ਨਹੀਂ ਕੀਤਾ ਕਿ ਇਹ ਮੇਰੀ ਮਾਂ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। ਇੱਕੋ ਹੀ ਗੱਲ ਆਖੀ, ਇਹ ਤੇਰੀ ਮਾਂ ਹੈ, ਤੇ ਆਖਿਆ ਮੇਰੀ ਮਾਂ ਹੈ। ਮਨ ਨੇ ਮੰਨ ਲਿਆ ਹੈ ਮੇਰੀ ਮਾਂ ਹੈ। ਇਹ ਤੇਰਾ ਭਰਾ ਹੈ, ਮਨ ਨੇ ਮੰਨ ਲਿਆ ਹੈ ਇਹ ਮੇਰਾ ਭਰਾ ਹੈ। ਇਹ ਤੇਰੀ ਭੈਣ ਹੈ, ਮਨ ਨੇ ਮੰਨ ਲਿਆ ਹੈ ਇਹ ਮੇਰੀ ਭੈਣ ਹੈ। ਇਹ ਤੇਰੇ ਦੋਸਤ ਮਿੱਤਰ ਸਾਖ ਸੰਬੰਧੀ ਨੇ, ਮਨ ਨੇ ਮੰਨ ਲਿਆ ਹੈ ਇਹ ਮੇਰੇ ਦੋਸਤ ਸਾਖ ਸੰਬੰਧੀ ਨੇ, ਮਨ ਨੇ ਮੰਨ ਲਿਆ ਹੈ। ਮਨ ਨਹੀਂ ਮੰਨਦਾ ਇਹ ਗੁਰੂ ਮੇਰਾ ਹੈ। ਮਨ ਅਜੇ ਤੱਕ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਕਿ ਗੁਰੂ ਮੇਰਾ ਹੈ। ਗੁਰੂ ਨੂੰ ਗੁਰੂ ਮੰਨਣ ਵਾਸਤੇ ਤਿਆਰ ਨਹੀਂ ਹੈ। ਇਸ ਕਰਕੇ ਅੱਜ ਮਨ ਦੀ ਅਵਸਥਾ ਦਾ ਜ਼ਿਕਰ ਕਰਦੇ ਹਾਂ। ਭਗਤ ਕਬੀਰ ਸਾਹਿਬ ਜੀ ਨੇ ਅੱਜ ਸਾਨੂੰ ਸਮਝਾਉਣ ਦਾ ਯਤਨ ਕੀਤਾ। ਬਾਣੀ ਵਿੱਚ ਜ਼ਿਕਰ ਕੀਤਾ ਮਨ ਦਾ ਸੁਭਾਅ। ਕਾਚੀ ਦੇ ਮੋਹ ਫੁਨ ਬਾਂਦੀ, ਸਾਠ ਕਠੋਰ ਕੁਚੀਲ ਕੋ ਗਿਆਨੀ, ਧਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਬਡੋ ਅਭਿਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ, ਇਹ ਮੀਠੀ ਜੀ ਮਾਹੇ ਹਿਤਾਨੀ, ਬਲ ਬੰਚ ਛਪ ਕਰਤ ਉਪਾਵਾਂ, ਪੇਖਤ ਸੁਨਤ ਪ੍ਰਭ ਅੰਤਰ ਜਾਮੀ, ਸੀਲ ਧਰਮ ਦਇਆ ਸੋਚ ਨਾਸਤ, ਆਇਓ ਸਰਣ ਦੀਨ ਕੇ ਦਾਨੀ, ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਓ ਨਾਨਕ ਕੇ ਸੁਆਮੀ। ਮਨ ਦਾ ਸੁਭਾਅ 60 ਕਠੋਰ ਕੁਚੀਲ, ਇਹ ਆ ਮਨ ਸਾਡਾ। ਹੱਠੀ ਹੈ, ਕਠੋਰ ਹੈ, ਨਹੀਂ ਮੰਨਦਾ ਗੱਲ ਕਿਸੇ ਦੀ, ਜਿੰਨਾ ਮਰਜ਼ੀ ਸਮਝਾਵੋ ਨਹੀਂ ਮੰਨਦਾ। ਕਠੋਰ ਹੈ, ਕੁਚੀਲ ਹੈ, ਗੰਦਾ ਹੈ, ਗੰਦੇ ਖਿਆਲ ਨੇ, ਗੰਦੇ ਵਿਚਾਰ ਨੇ ਅੰਦਰ। ਕੋ ਗਿਆਨੀ, ਫਿਰ ਗਿਆਨ ਵੀ ਹੈ ਨਹੀਂ ਜੇ ਕੋਈ, ਨੌਲੇਜ ਵੀ ਹੈ ਨਹੀਂ ਕੋਈ, ਗੁਰੂ ਦਾ ਗਿਆਨ ਵੀ ਨਹੀਂ। ਧਾਵਤ ਭਰਮਤ ਰਹਿਣ ਨਹੀਂ ਪਾਵਤ, ਧਾਵਤ ਦੌੜਾ ਭੱਜਾ ਫਿਰਦਾ, ਭਟਕਦਾ ਫਿਰਦਾ ਹੈ। ਰਹਿਣ ਨਹੀਂ ਪਾਵਤ, ਟਿਕਾਓ ਹੈ ਨਹੀਂ ਮਨ ਦੇ ਵਿੱਚ। ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਪ੍ਰਭੂ ਪ੍ਰਮਾਤਮਾ ਦੀ ਸਿਫਤ ਸਲਾਹ ਗਿਆਨ ਨੂੰ ਨਹੀਂ ਜਾਣਨਾ ਕੀਤਾ। ਜੋਬਨ ਰੂਪ ਮਾਇਆ ਮਦ ਮਾਤਾ, ਇਹ ਮਨ ਜੋਬਨ ਜਵਾਨੀ ਦੇ ਵਿੱਚ ਮਸਤ ਹੋਇਆ ਹੈ। ਧਨ ਸਿਉ ਰੱਤਾ ਜੋਬਨ ਮੱਤਾ, ਅਹਲਾ ਜਨਮ ਗਵਾਇਆ, ਧਰਮ ਸੇਤੀ ਵਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ। ਜਦੋਂ ਬੰਦੇ ਤੇ ਜਵਾਨੀ ਹੋਵੇ ਨਾ, ਉਹ ਗੁਰੂ ਘਰ ਵਿੱਚ ਆ ਕੇ ਬੈਠ ਜਾਵੇ। ਜਦੋਂ ਜਵਾਨੀ ਹੋਵੇ ਉਹ ਸੇਵਾ ਕਰੇ, ਉਹ ਸਿਮਰਨ ਕਰੇ, ਪਰ ਜਵਾਨੀ ਦੇ ਵਿੱਚ ਇਹ ਵਿਕਾਰੀ ਹੋਇਆ ਫਿਰਦਾ ਹੈ। ਧਨ ਸਿਉ ਰੱਤਾ ਜੋਬਨ ਮੱਤਾ, ਅਹਲਾ ਜਨਮ ਗਵਾਇਆ। ਸਤਿਗੁਰੂ ਜੀ ਬਾਣੀ ਵਿੱਚ ਸਮਝਾ ਰਹੇ ਨੇ ਕਿ ਭਾਈ ਇਹ ਇਸ ਤਰ੍ਹਾਂ ਦੀ ਮਨ ਦੀ ਅਵਸਥਾ ਬਣਦੀ ਜਾ ਰਹੀ ਹੈ। 60 ਕਠੋਰ ਕੁਚੀਲ ਕੋ ਗਿਆਨੀ, ਧਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ, ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਬਡੋ ਅਭਿਮਾਨੀ। ਹੰਕਾਰੀ ਹੋਇਆ ਫਿਰਦਾ, ਮਸਤ ਹੋਇਆ ਮਾਇਆ ਵਿੱਚ ਕਿ ਮੇਰੇ ਵਰਗਾ ਧਨਾੜ ਕੋਈ ਨਹੀਂ ਹੈ, ਮੇਰੇ ਵਰਗਾ ਅਮੀਰ ਕੋਈ ਨਹੀਂ ਹੈ। ਵਿਚਰਤ ਬਿਕਲ ਬਡੋ ਅਭਿਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ। ਪਰ ਧਨ, ਇਹ ਮਨ ਕੀ ਕਰਦਾ ਹੈ? ਪਰਾਏ ਧਨ ਵੱਲ ਤੱਕਦਾ ਰਹਿੰਦਾ ਹੈ ਕਿ ਕਿਵੇਂ ਇਹ ਪਰਾਇਆ ਧਨ ਮੇਰੇ ਘਰ ਵਿੱਚ ਆ ਜਾਵੇ। ਪਰ ਧਨ ਪਰ ਅਪਵਾਦ ਨਾਰ ਨਿੰਦਾ, ਔਰ ਵਿਕਾਰੀ ਹੈ, ਨਿੰਦਕ ਹੋਇਆ ਫਿਰਦਾ ਹੈ। ਇਹ ਮੀਠੀ ਜੀ ਮਾਹੇ ਹਿਤਾਨੀ, ਇਹ ਮਨ ਨੂੰ ਬੜੀ ਚੰਗੀ ਲੱਗਦੀ ਹੈ, ਮਿੱਠੀ ਲੱਗਦੀ ਹੈ। ਚੁਗਲੀ ਨਿੰਦਿਆ ਪਰਾਇਆ ਧਨ ਮਨ ਨੂੰ ਬਹੁਤ ਚੰਗਾ ਲੱਗਦਾ। ਸੀਲ ਧਰਮ ਦਇਆ ਸੋਚ ਨਾਸਤ, ਸੀਲ ਸਹਿਣਸ਼ੀਲਤਾ। ਮਨ ਦਾ ਸੁਭਾਅ ਕਿਵੇਂ ਦਾ ਹੋ ਗਿਆ? ਬੰਦੇ ਦੇ ਵਿੱਚ ਸਹਿਣਸ਼ੀਲਤਾ ਰਹੀ ਨਹੀਂ। ਜੇ ਕੋਈ ਮਾੜੀ ਮੋਟੀ ਗੱਲ ਕਿਸੇ ਨੂੰ ਕਹਿ ਦਵੇ, ਉਹਦੇ ਵਿੱਚ ਪੇਸ਼ੈਂਸ ਹੀ ਖਤਮ ਹੋ ਗਈ ਹੈ, ਸਹਿਣਸ਼ੀਲਤਾ ਖਤਮ ਹੀ ਹੋ ਗਈ ਹੈ। ਤੇ ਮੈਨੂੰ ਇਹ ਗੱਲ ਕਹੀ ਤੇ ਕਹੀ ਕਿਉਂ ਹੈ? ਸੀਲ ਧਰਮ, ਧਰਮ ਉੱਡ ਗਿਆ, ਕਰਮ ਧਰਮ। ਇਹ ਜਿਹੜਾ ਮਨੁੱਖ ਦੇ ਅੰਦਰ ਸੀ, ਸ਼ਰਮ ਧਰਮ ਦੋਏ ਛੱਡ ਖਲੋਏ, ਉਹ ਧਰਮ ਨਹੀਂ ਰਹਿ ਗਿਆ, ਸ਼ਰਮ ਨਹੀਂ ਰਹਿ ਗਈ ਕਿਸੇ ਨੂੰ ਕਿਸੇ ਦੀ। ਇਹ ਮਨ ਦਾ ਸੁਭਾਅ ਬਣ ਗਿਆ। ਸੀਲ ਧਰਮ ਦਇਆ, ਜੀਵਾਂ ਦੇ ਉੱਤੇ ਤਰਸ ਕਰਨਾ,
ਉਹ ਦਇਆ ਕਰਨੀ, ਕਿਸੇ ਦਾ ਔਗਣ ਵੇਖ ਕਰਕੇ ਉਹ ਪਰਉਪਕਾਰੀ ਬਿਰਤੀ ਦੇ ਨਾਲ ਉਹਨੂੰ ਗੁਰੂ ਦੇ ਮਾਰਗ ਵਾਲੇ ਪਾਸੇ ਲਾ ਦੇਣਾ। ਇਹ ਗੱਲ ਹੋਰ ਹੈ ਕਿਸੇ ਦਾ ਔਗਣ ਵੇਖ ਕਰਕੇ ਉਹਨੂੰ ਸੋਸ਼ਲ ਮੀਡੀਆ ਤੇ ਉਛਾਲ ਕਰਕੇ ਉਹਦੀ ਭੰਡੀ ਪ੍ਰਚਾਰ ਕਰਨੀ। ਇਹ ਮੈਲੇ ਮਨ ਦੀਆਂ ਨਿਸ਼ਾਨੀਆਂ ਨੇ, ਇਹ ਗੰਦੇ ਮਨ ਦੀਆਂ ਨਿਸ਼ਾਨੀਆਂ ਨੇ। ਸਤਿਗੁਰੂ ਜੀ ਸਮਝਾ ਰਹੇ ਨੇ, ਸੀਲ ਧਰਮ ਦਇਆ ਸੁਚ ਨਾਸਤ, ਪਵਿੱਤਰਤਾ ਮਨ ਦੀ ਪਵਿੱਤਰਤਾ ਖਤਮ ਹੋ ਗਈ। ਸੁਚ ਨਾਸਤ ਦਾ, ਨਾਸ ਦਾ ਭਾਵ ਹੈ ਚਲੇ ਗਏ ਨੇ, ਇਹ ਮਨ ਦੇ ਅੰਦਰ ਨਹੀਂ ਰਹਿ ਗਏ। ਇਸ ਕਰਕੇ ਸੁੱਖ ਕਿਵੇਂ ਬਣੇ, ਸੁਖੀ ਜੀਵਨ ਕਿਵੇਂ ਹੋਵੇ, ਸਾਨੂੰ ਸਭੇ ਪੜਚੋਲ ਕਰਨ ਦੀ ਲੋੜ ਹੈ। ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਮੁੱਖ ਵਾਕ ਵਿੱਚ ਇਹ ਵੀ ਸਮਝਾਇਆ ਕਿ ਇਹ ਭਾਈ ਉਹ ਦੈਵੀ ਗੁਣ ਜਿਹੜੇ ਸਾਡੇ ਅੰਦਰ ਸਨ, ਪ੍ਰਮਾਤਮਾ ਨੇ ਜਦੋਂ ਅਸੀਂ ਸੰਸਾਰ ਤੇ ਆਏ ਸਾਂ ਉਹ ਸਾਰਿਆਂ ਦੇ ਅੰਦਰ ਪਾ ਕੇ ਭੇਜੇ ਸਨ। ਇਸ ਕਰਕੇ ਬੱਚਾ ਜਦੋਂ ਜਨਮ ਲੈਂਦਾ ਆਉਂਦਾ ਸਾਰਿਆਂ ਨੂੰ ਪਿਆਰਾ ਲੱਗਦਾ ਹੈ, ਸਾਰਿਆਂ ਦਾ ਜੀ ਕਰਦਾ ਉਹਨੂੰ ਚੁੱਕਣ ਨੂੰ। ਔਰ ਉਹਦੇ ਅੰਦਰ ਸੱਤ ਸੀ, ਸੰਤੋਖ ਸੀ, ਦਇਆ ਸੀ, ਧਰਮ ਸੀ। ਪਰ ਕੀ ਹੋਇਆ, ਸਮੇਂ ਦੇ ਹਾਲਾਤਾਂ ਦੇ ਮੁਤਾਬਕ ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ ਉਹ ਜਿਹੜੇ ਪੰਜ ਸੀਗੇ, ਉਹ ਜਿਹੜੇ ਅੰਦਰ ਵਸਾਉਣ ਦੀ ਗੱਲ ਕੀਤੀ ਸੀ ਉਹਨਾਂ ਨੂੰ ਰਸਾ ਕੇ ਰਹਿ ਗਿਆ। ਜਿਨ੍ਹਾਂ ਨੂੰ ਰਸਾ ਕਰਕੇ ਬਾਹਰ ਕੱਢਣੇ ਸੀ ਉਹਨਾਂ ਨੂੰ ਮਨਾ ਕੇ ਅੰਦਰ ਲੈ ਆਇਆ। ਪੰਜ ਮਨਾਏ ਪੰਜ ਰਸਾਏ, ਪੰਜ ਮਨਾਏ ਪੰਜ ਰਸਾਏ। ਜਿਨ੍ਹਾਂ ਨੂੰ ਮਨਾਉਣਾ ਸੀਗਾ ਉਹਨਾਂ ਨੂੰ ਰਸਾ ਦਿੱਤਾ, ਉਹ ਜਿਨ੍ਹਾਂ ਨੂੰ ਰਸਾ ਕੇ ਬਾਹਰ ਕੱਢਣਾ ਸੀ ਉਹਨਾਂ ਨੂੰ ਮਨਾ ਕੇ ਅੰਦਰ ਲੈ ਆਇਆ। ਇਹ ਹੈ ਮਨ ਦੀ ਬਿਰਤੀ। ਸਤਿਗੁਰੂ ਜੀ ਸਮਝਾਵਨਾ ਕਰਦੇ ਅੰਦਰ ਝਾਤੀ ਮਾਰੀਏ, ਦੇਖਣ ਦਾ ਯਤਨ ਕਰੀਏ। ਦੱਦਾ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾ ਆਪਣੇ ਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਸਾਡੇ ਦੁੱਖਾਂ ਦਾ ਕਾਰਨ ਸਾਡੇ ਆਪਣੇ ਕੀਤੇ ਹੋਏ ਕਰਮ ਨੇ। ਜੋ ਅਸੀਂ ਕਰਦੇ ਹਾਂ ਉਹੋ ਜਿਹਾ ਅਸੀਂ ਫਲ ਭੁਗਤਦੇ ਹਾਂ। ਜੈਸਾ ਬੀਜੇ ਸੋ ਲੁਣੇ, ਜਿੱਦਾਂ ਦਾ ਬੀਜ ਬੀਜਣਾ ਉਦਾਂ ਦੀ ਫਸਲ ਵੱਢਣੀ ਆ। ਇੱਕ ਗੱਲ ਧਿਆਨ ਵਿੱਚ ਹੋਰ ਰੱਖ ਲੈਣੀ ਆ, ਅੰਦਰ ਝਾਤੀ ਮਾਰੀਏ। ਅਸੀਂ ਅਲਟਰਾਸਾਊਂਡ ਕਰਾਉਨੇ ਆ, ਬੋਡੀ ਦੀ ਅੰਦਰੋਂ ਸਕੈਨਿੰਗ ਕਰਾਉਨੇ ਆ, MRI ਕਰਾਉਂਦੇ ਆ ਕਿ ਸਾਨੂੰ ਅੰਦਰਲੇ ਰੋਗ ਦਾ ਪਤਾ ਲੱਗ ਜਾਵੇ। ਸਾਡੇ ਅੰਦਰ ਰੋਗ ਕਿਹੜਾ ਹੈ। ਕੋਈ ਐਸਾ ਵੈਦ ਨਹੀਂ, ਕੋਈ ਐਸਾ ਡਾਕਟਰ ਨਹੀਂ, ਕੋਈ ਐਸਾ ਹਸਪਤਾਲ ਨਹੀਂ ਜਿਹੜਾ ਤੁਹਾਡੀ MRI ਕਰੇ, ਸਕੈਨ ਕਰੇ, ਅਲਟਰਾਸਾਊਂਡ ਕਰੇ, ਉਹ ਤੁਹਾਨੂੰ ਦੱਸ ਦੇ ਤੁਹਾਡੇ ਅੰਦਰ ਵਿਕਾਰ ਕਿੰਨੇ ਹਨ। ਇਹ ਕਿਸੇ MRI 'ਚ ਨਹੀਂ ਆਉਂਦੇ, ਕਿਸੇ ਅਲਟਰਾਸਾਊਂਡ 'ਚ ਨਹੀਂ ਆਉਂਦੇ। ਇਹ ਕੇਵਲ ਤਾਂ ਕੇਵਲ ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਆਉਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜ਼ਿਕਰ ਕਰਦੇ ਹਨ ਕਿ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਮੇਰੇ ਤੇ ਬਖਸ਼ਿਸ਼ ਕੀਤੀ ਹੈ, ਮਿਹਰ ਕੀਤੀ ਹੈ। ਕਿਰਪਾ ਕਰਕੇ ਮੈਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਜਿਹੜਾ ਉਹ ਸਿਧਾਂਤ ਦ੍ਰਿੜ ਕਰਾਇਆ ਹੈ, ਉਹਦੇ ਨਾਲ ਮੈਨੂੰ ਹੁਣ ਮੇਰੇ ਅੰਦਰ ਇਹ ਵਿਕਾਰਾਂ ਦਾ ਪਤਾ ਚੱਲ ਗਿਆ ਹੈ ਕਿ ਇਹ ਜਿਹੜੇ ਮੇਰੇ ਵਿਕਾਰ ਹੈ ਕਿੱਦਾਂ ਮੇਰੇ ਅੰਦਰ ਵੜੇ ਨੇ, ਕਿਹੜੇ ਕਿਹੜੇ ਦਰਵਾਜ਼ਿਆਂ ਦੇ ਰਾਹੀਂ ਅੰਦਰ ਆਏ ਨੇ। ਹੁਣ ਗੁਰੂ ਨੇ ਮੈਨੂੰ ਗਿਆਨ ਦਿੱਤਾ, ਸੋਝੀ ਦਿੱਤੀ। ਮੈਂ ਉਸ ਗਿਆਨ ਤੇ ਸੋਝੀ ਦੇ ਸਦਕਾ ਪਹਿਲੇ ਤਾਂ ਉਹਨਾਂ ਵਿਕਾਰਾਂ ਨੂੰ ਜਿਹੜੇ ਅੰਦਰ ਡੇਰਾ ਲਾ ਕੇ ਬੈਠੇ ਸਨ ਉਹਨਾਂ ਨੂੰ ਬਾਹਰ ਕੱਢਿਆ। ਬਾਹਰ ਕੱਢ ਕਰਕੇ ਫਿਰ ਉਹਨਾਂ ਨੂੰ ਬਾਹਰ ਕੱਢਿਆ। ਫਿਰ ਜਿਹੜੇ ਦਰਵਾਜ਼ਿਆਂ ਦੇ ਰਾਹੀਂ ਅੰਦਰ ਆਉਂਦੇ ਸਨ ਉਹ ਦਰਵਾਜ਼ੇ ਬੰਦ ਕੀਤੇ। ਤੁਸੀਂ ਜ਼ਿਮੀਂਦਾਰ ਹੋ, ਤੁਸੀਂ ਆਪਣੀ ਫਸਲ ਜਦੋਂ ਬੀਜਦੇ ਹੋ, ਫਸਲ ਵੱਡੀ ਹੋ ਜਾਂਦੀ ਹੈ, ਉਹਦੇ ਆਲੇ ਦੁਆਲੇ ਤੁਸੀਂ ਇੱਕ ਬਾੜ ਲਾ ਦਿੰਦੇ ਹੋ। ਖੇਤ ਦੇ ਆਲੇ ਦੁਆਲੇ ਬਾੜ ਲਾ ਦਿੱਤੀ। ਬਾੜ ਇਸ ਕਰਕੇ ਲਾ ਦਿੱਤੀ ਹੈ ਕੋਈ ਬਾਹਰਲਾ ਜਾਨਵਰ ਇਸ ਖੇਤ ਦੇ ਅੰਦਰ ਪ੍ਰਵੇਸ਼ ਨਾ ਕਰ ਜਾਵੇ, ਕਿਤੇ ਸਾਡੀ ਹੋਈ ਬੀਜੀ ਹੋਈ ਫਸਲ ਜਿਹੜੀ ਹੈ ਇਹਨੂੰ ਖਾ ਨਾ ਜਾਵੇ। ਇਸ ਕਰਕੇ ਸਿਆਣਾ ਜ਼ਿਮੀਂਦਾਰ ਆਪਣੇ ਖੇਤ ਦੇ ਦੁਆਲੇ ਬਾੜ ਲਾ ਦਿੰਦਾ ਹੈ। ਪਰ ਕੀ ਹੁੰਦਾ ਹੈ, ਕਈ ਜਾਨਵਰ ਆਉਂਦੇ ਨੇ, ਉਸ ਬਾੜ ਦੇ ਵਿੱਚ ਛੇਕ ਕਰਕੇ, ਮੋਹਰੀ ਕਰਕੇ, ਉਸ ਛੇਕ ਰਾਹੀਂ, ਉਸ ਹੋਰ ਰਾਹੀਂ ਉਸ ਖੇਤ ਦੇ ਵਿੱਚ ਅੰਦਰ ਵੜ ਜਾਂਦੇ ਨੇ ਤੇ ਉਹ ਬੀਜੀ ਹੋਈ ਫਸਲ ਜ਼ਿਮੀਂਦਾਰ ਦੀ ਤਬਾਹ ਕਰ ਦਿੰਦੇ ਨੇ। ਜਦੋਂ ਜ਼ਿਮੀਂਦਾਰ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਖੇਤ ਦੇ ਵਿੱਚ ਜਾਨਵਰ ਕਿਸ ਜਗ੍ਹਾ ਰਾਹੀਂ ਆਇਆ ਹੈ, ਤੇ ਉਸ ਦਰਵਾਜ਼ੇ ਨੂੰ ਬੰਦ ਕਰ ਦਿੰਦਾ ਹੈ। ਬਸ ਇਹ ਸਾਡਾ ਇੱਕ ਸਰੀਰ ਹੈ, ਇੱਕ ਖੇਤ ਹੈ, ਇਹਦੇ ਦੁਆਲੇ
ਗੁਰਮੁਖ ਪਿਆਰਿਓ 5 ਕਕਾਰਾਂ ਦੀ ਬਾੜ ਲਾ ਦੇਣੀ ਹੈ, ਤਾਂ ਕਿ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿਹੜਾ ਇਹ ਹਿਰਨ ਹੈ, ਵਿਕਾਰ ਹੈ, ਇਹਦੇ ਅੰਦਰ ਨਾ ਜਾ ਸਕਣ। ਜੇ ਅੰਦਰ ਚਲ ਗਏ ਤੇ ਇਹਨਾਂ ਨੇ ਦੈਵੀ ਗੁਣਾ ਵਾਲੀ ਖੇਤੀ ਸਾਡੀ ਤੈਸ਼ ਨੈਸ਼ ਕਰ ਦੇਣੀ। ਉਹਨਾਂ ਨੂੰ ਕਿਵੇਂ ਰੋਕਣਾ ਹੈ? ਇਹ ਸਭੇ ਪੜਚੋਲ ਹੈ। ਕਿਵੇਂ ਉਹਨਾਂ ਵਿਕਾਰਾਂ ਨੂੰ ਬਾਹਰ ਕੱਢਣ ਦਾ ਯਤਨ ਕਰਨਾ ਹੈ? ਪੇਟ ਦੇ ਵਿੱਚ ਰਸੌਲੀ ਹੋ ਜਾਵੇ, ਕੋਈ ਪ੍ਰੋਬਲਮ ਆ ਜਾਵੇ, ਅਸੀਂ ਡਾਕਟਰ ਨੂੰ ਕਹਿੰਦੇ ਆ ਕਿ ਡਾਕਟਰ ਸਾਹਿਬ ਜਿੰਨੀ ਜਲਦੀ ਹੋ ਸਕਦੀ ਹੈ ਇਹਨੂੰ ਬਾਹਰ ਕੱਢ ਦਿਓ। ਗੁਰਦੇ ਵਿੱਚ ਪੱਥਰੀ ਆ ਜਾਵੇ, ਪਿੱਤੇ 'ਚ ਪੱਥਰੀ ਆ ਜਾਵੇ, ਅਸੀਂ ਡਾਕਟਰ ਕੋਲ ਬਾਰ-ਬਾਰ ਜਾਂਦੇ ਆ ਕਿ ਇਹਨੂੰ ਬਾਹਰ ਕੱਢ ਦਿਓ। ਉਹ ਕਦੇ ਗੁਰੂ ਕੋਲ ਵੀ ਆ ਕੇ ਆਖੀਏ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਮੇਰੇ ਅੰਦਰ ਕਾਮ ਵੜ ਗਿਆ ਹੈ, ਇਹ ਕ੍ਰੋਧ ਵੜ ਗਿਆ ਹੈ, ਲੋਭ ਵੜ ਗਿਆ, ਮੋਹ ਤੇ ਹੰਕਾਰ ਵੜ ਗਿਆ, ਇਹਨੂੰ ਵੀ ਬਾਹਰ ਕੱਢ ਦਿਓ। ਇਹਦੇ ਵਾਸਤੇ ਵੀ ਅਸੀਂ ਗੁਰੂ ਕੋ ਅਰਦਾਸ ਕਰਨੀ ਹੈ। ਸੋ ਆਓ ਸ਼ਬਦ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰੀਏ ਕਿ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਮਨ ਦੇ ਨਾਲ ਵਸ ਕਰਨ ਦਾ ਢੰਗ ਤਰੀਕਾ ਜਿੱਥੇ ਦੱਸਿਆ, ਉੱਥੇ ਸਾਨੂੰ ਇਹ ਵੀ ਸਮਝਾਉਣ ਦਾ ਯਤਨ ਕੀਤਾ, ਇਹ ਜਿਹੜੇ ਵਕਾਰ ਸਾਡੇ ਅੰਦਰ ਕਿਵੇਂ ਡੇਰਾ ਲਾ ਕੇ ਬਹਿ ਗਏ ਨੇ, ਇਹਨਾਂ ਨੂੰ ਕਿਵੇਂ ਬਾਹਰ ਕੱਢਣਾ ਹੈ, ਕਿਹੜਾ ਢੰਗ ਹੈ, ਕਿਹੜਾ ਤਰੀਕਾ ਹੈ। ਆਓ ਜੀ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤੋ ਮਨ ਪਵਨੈ ਸੁਖ ਬਣਿਆ, ਕਿਛ ਜੋਗ ਪਰਾਪਤ ਗਨਿਆ। ਸੰਤੋ ਆਮ ਬੰਦੇ ਨਾਲ ਗੱਲ ਨਹੀਂ ਜੇ, ਆਮ ਬੰਦੇ ਦੇ ਗੱਲ ਵਿੱਚ ਸਮਝ ਆਉਣ ਵਾਲੀ ਨਹੀਂ ਹੈ। ਸੰਤੋ ਭਲੇ ਪੁਰਸ਼ੋ, ਨੇਕ ਪੁਰਸ਼ੋ, ਸਿਮਰਨ ਕਰਨ ਵਾਲਿਓ, ਗੁਰੂ ਗੁਰੂ ਕਰਨ ਵਾਲਿਓ, ਬਾਣੀ ਪੜਨ ਵਾਲਿਓ, ਸੰਗਤ ਕਰਨ ਵਾਲਿਓ, ਸੰਤ ਜਨੋ ਆਓ ਮੈਂ ਤੁਹਾਡੇ ਨਾਲ ਇੱਕ ਬਾਤ ਸਾਂਝੀ ਕਰਨੀ ਚਾਹੁੰਦਾ। ਮਨ ਪਵਨੇ ਸੁਖ ਬਣਿਆ, ਉਹ ਜਿਹੜਾ ਮੇਰਾ ਪਵਨ ਦੀ ਤਰ੍ਹਾਂ ਉੱਡਦਾ ਫਿਰਦਾ ਸੀ, ਟਿਕਦਾ ਨਹੀਂ ਸੀ, ਇੱਕ ਥਾਂ ਤੇ ਬਹਿੰਦਾ ਨਹੀਂ ਸੀ। ਮਨ ਜਿਹੜਾ ਨਾ, ਕਈ ਵਾਰੀ ਅਸੀਂ ਤਨ ਨੂੰ ਗੁਰੂ ਦੇ ਘਰ ਵਿੱਚ ਲੈ ਆਉਂਦੇ ਆ ਤੇ ਮਨ ਜਿਹੜਾ ਘਰ ਹੀ ਛੱਡ ਆਉਂਦੇ ਆ। ਅਸੀਂ ਵੀ ਬੈਠੇ ਹਾਂ, ਹੋ ਸਕਦਾ ਹੈ ਬਹੁਤਿਆਂ ਦਾ ਮਨ ਤਨ ਤਾਂ ਗੁਰੂ ਦੇ ਘਰ ਵਿੱਚ ਹੋਵੇ, ਪਰ ਮਨ ਹੋ ਸਕਦਾ ਹੈ ਘਰ ਵਿੱਚ ਚਲਾ ਗਿਆ ਹੋਵੇ। ਮਨ ਨਹੀਂ ਟਿਕਦਾ। ਮਨ ਨੂੰ ਕਿਵੇਂ ਟਿਕਾਉਣਾ ਹੈ? ਹੇ ਸੰਤ ਜਨੋ, ਭਲੇ ਪੁਰਸ਼ੋ, ਮਨ ਪਵਨੇ, ਜਿਹੜਾ ਮਨ ਪਵਨ ਦੀ ਤਰ੍ਹਾਂ ਉੱਡਦਾ ਸੀ, ਜਿਹੜਾ ਟਿਕਦਾ ਨਹੀਂ ਸੀ, ਹੁਣ ਗੁਰੂ ਦੇ ਕੋਲ ਆ ਕੇ ਬੈਠਦਾ ਹੈ, ਕਥਾ ਕੀਰਤਨ ਸਰਵਣ ਕਰਦਾ ਹੈ, ਗੁਰੂ ਦੀ ਸੰਗਤ ਕਰਦਾ ਹੈ। ਉਹਦੇ ਆਉਣ ਕਾਰਨ ਕਰਕੇ ਕੀ ਹੋਇਆ? ਸੁਖ ਬਣਿਆ। ਹੁਣ ਮਨ ਵਿੱਚ ਸੁਖ ਆ ਕੇ ਵਸ ਗਿਆ ਹੈ। ਕਿਛ ਜੋਗ ਪਰਾਪਤ ਗਨਿਆ। ਪਹਿਲੇ ਤਾਂ ਇਹ ਗੁਰੂ ਨੂੰ ਮਿਲਣ ਜੋਗਾ ਹੈ ਹੀ ਨਹੀਂ ਸੀਗਾ। ਪਹਿਲੇ ਤਾਂ ਗੁਰੂ ਦੇ ਕੋਲ ਬੈਠਣ ਜੋਗਾ ਹੈ ਹੀ ਨਹੀਂ ਸੀਗਾ, ਬਾਣੀ ਪੜਨ ਜੋਗਾ ਹੈ ਹੀ ਨਹੀਂ ਸੀਗਾ। ਪਰ ਜਿਉਂ-ਜਿਉਂ ਗੁਰੂ ਦੇ ਕੋਲ ਆਇਆ, ਸੰਗਤ ਵਿੱਚ ਆਇਆ, ਕਿਛ ਜੋਗ, ਥੋੜਾ ਜਿਹਾ ਜੋਗ ਹੋ ਗਿਆ, ਇਲੀਜੀਬਲ ਹੋ ਗਿਆ, ਯੋਗਤਾ ਬਣ ਗਈ ਇਹਦੀ। ਕਿਛ ਜੋਗ ਪ੍ਰਾਪਤ ਗਣਿਆ, ਹੁਣ ਇਹਦੀ ਗਿਣਤੀ ਉਹਨਾਂ ਵਿੱਚ ਆ ਗਈ ਹੈ ਜਿਹੜੇ ਪ੍ਰਮਾਤਮਾ ਦੇ ਕੋਲ ਬੈਠਦੇ ਨੇ, ਨਾਮ ਜਪਦੇ ਨੇ, ਉਹਨਾਂ ਦੀ ਗਿਣਤੀ ਦੇ ਵਿੱਚ ਇਹਦੀ ਗਿਣਤੀ ਆ ਗਈ ਹੈ। ਰਹਾਉ ਵਿਸ਼ਰਾਮ ਦੇ ਕਰਕੇ ਸਮਝਾਉਣਾ ਕਰਦੇ ਹਨ। ਗੁਰ ਦਿਖਲਾਈ ਮੋਰੀ। ਗੁਰ ਦਿਖਲਾਈ ਮੋਰੀ। ਮੋਰੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ 3 ਵਾਰੀ ਆਉਂਦਾ ਹੈ ਔਰ ਵੱਖਰੇ ਵੱਖਰੇ ਦੇ ਸਰੂਪ ਨੇ। ਜਦੋਂ ਮੋਰੀ ਸ਼ਬਦ ਵਰਤਦੇ ਆ ਤੇ ਉੱਪਰ ਬਿੰਦੀ ਲਾਉਨੇ ਆ ਤਾਂ ਇਹਦਾ ਸੰਕਲਪ ਬਣ ਜਾਂਦਾ, ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ। ਉੱਥੇ ਮੋਰੀ ਦਾ ਮਤਲਬ ਹੈ ਮੋਰਾਂ ਨੇ। ਫਿਰ ਇੱਕ ਥਾਂ ਤੇ ਸੰਕਲਪ ਆਉਂਦਾ ਹੈ, ਮੋਰੀ ਦਰਸ਼ਨ ਦੀਜੇ। ਉਹਦਾ ਭਾਵ ਹੈ ਕਿ ਮੈਨੂੰ ਦਰਸ਼ਨ ਦਿਓ। ਗੁਰੂ ਸਾਹਿਬ ਜੀ ਅੱਗੇ ਤਰਲਾ ਮਿੰਨਤ ਹੈ। ਆਹ ਜਿਹੜਾ ਸ਼ਬਦ ਆਉਂਦਾ ਗੁਰਦਿਖਲਾਈ ਮੋਰੀ, ਮੋਰੀ ਦਾ ਭਾਵ ਹੈ ਮੇਰੀਆਂ ਕਮਜ਼ੋਰੀਆਂ। ਜਦੋਂ ਮੈਂ ਗੁਰੂ ਦੇ ਅੱਗੇ ਆ ਕੇ ਖੜਿਆ, ਗੁਰੂ ਬਾਣੀ ਨੂੰ ਪੜ੍ਹਿਆ,
ਸ਼ਾਇਦ ਮੈਂ ਪਹਿਲੇ ਵੀ ਆਪ ਜੀ ਨਾਲ ਵਿਚਾਰ ਸਾਂਝੀ ਕੀਤੀ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ 10 ਭਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਟੀਕਾ ਲਿਖਿਆ ਨਾ, ਟੀਕਾ, ਇਹਦੇ ਬਾਹਰ ਲਿਖਿਆ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ। ਦਰਪਣ ਦਾ ਭਾਵ ਹੁੰਦਾ ਸ਼ੀਸ਼ਾ। ਤੇ ਸ਼ੀਸ਼ਾ ਕੀ ਕਰਦਾ ਹੈ? ਜਿਹੜਾ ਤੁਹਾਡੇ ਘਰ ਵਿੱਚ ਸ਼ੀਸ਼ਾ ਲੱਗਾ ਹੈ ਉਹ ਤੁਹਾਡੇ ਬਾਹਰੋਂ ਚਿਹਰੇ ਮੋਹਰੇ ਨੂੰ ਦੱਸਦਾ ਤੁਸੀਂ ਕਿਹੋ ਜਿਹੇ ਹੋ, ਪਰ ਉਹ ਸ਼ੀਸ਼ਾ ਤੁਹਾਨੂੰ ਅੰਦਰੋਂ ਨਹੀਂ ਦੱਸ ਸਕਦਾ ਕਿ ਤੁਸੀਂ ਕਿਹੋ ਜਿਹੇ ਹੋ। ਭਾਈ ਸਾਹਿਬ ਸਿੰਘ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸ ਦਾ ਨਾਮ ਰੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ। ਦਰਪਣ ਦਾ ਭਾਵ ਹੈ ਸ਼ੀਸ਼ਾ। ਸ਼ੀਸ਼ੇ ਦਾ ਮਤਲਬ ਹੈ ਕਿ ਇਹ ਸ਼ੀਸ਼ਾ ਉਹ ਸ਼ੀਸ਼ਾ ਹੈ ਜਿਹੜਾ ਸਾਨੂੰ ਅੰਦਰੋਂ ਦੱਸਦਾ ਹੈ ਕਿ ਤੂੰ ਅੰਦਰੋਂ ਕਿਹੋ ਜਿਹਾ ਹੈ। ਜਦੋਂ ਮੈਂ ਇਸ ਸ਼ੀਸ਼ੇ ਨੂੰ ਆ ਕੇ ਵੇਖਿਆ ਤੇ ਮੈਨੂੰ ਪਤਾ ਲੱਗਾ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ। ਜਦੋਂ ਮੈਂ ਇਸ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਿਆ ਤੇ ਮੈਨੂੰ ਮੇਰੀ ਕਰਤੂਤ ਪਸ਼ੂਆਂ ਵਰਗੀ ਲੱਗੀ ਤੇ ਜਾਤ ਮੇਰੀ ਮਨੁੱਖਾਂ ਦੀ ਸੀ, ਪਰ ਕੰਮ ਕਾਜ ਜਿਹੜੇ ਮੇਰੇ ਸੀ ਪੇਟ ਭਰਿਓ ਗਰਦਬ ਕੀ ਨਿਆਈ ਪਸ਼ੂ ਕੀ ਨਿਆਈ ਸੋਇਓ। ਤੇ ਮੇਰਾ ਸੁਭਾਅ ਜਿਹੜਾ ਪਸ਼ੂ ਵਰਗਾ ਸੀ। ਗੁਰ ਦਿਖਲਾਈ ਮੋਰੀ, ਉਹ ਗੁਰੂ ਨੇ ਮੈਨੂੰ ਉਹ ਮੇਰੀਆਂ ਕਮਜ਼ੋਰੀਆਂ ਦੱਸ ਦਿੱਤੀਆਂ। ਜਿਤ ਮਿਰਗ ਪੜਤ ਹੈ ਚੋਰੀ, ਜਿਹਦੇ ਕਾਰਨ ਕਰਕੇ ਉਹ ਹਿਰਨ ਵਿਕਾਰ ਜਿਹੜੇ ਸੀ ਮੇਰੇ ਅੰਦਰ ਆਉਂਦੇ ਸੀ। ਉਹ ਕਿਹੜੀਆਂ ਮੋਹਰੀਆਂ ਸੀ ਇਸ ਸਰੀਰ ਦੇ ਵਿੱਚ ਜਿਹਦੇ ਰਾਹੀਂ ਚੋਰ ਅੰਦਰ ਵੜ ਗਏ। ਚੋਰ ਕਦੋਂ ਅੰਦਰ ਵੜਦੇ ਨੇ? ਜਦੋਂ ਘਰ ਦੇ ਮਾਲਕ ਸੁੱਤੇ ਹੋਣ। ਜਦੋਂ ਘਰ ਦੇ ਸੁੱਤੇ ਹੋਣ ਨਾ ਤੇ ਚੋਰ ਆ ਜਾਂਦੇ ਨੇ। ਜਾਗਦਿਆਂ ਦੇ ਘਰ ਕਦੇ ਚੋਰ ਨਹੀਂ ਜੇ ਆਉਂਦੇ। ਚੋਰ ਵੀ ਸੋਚਦੇ ਆ ਕਿ ਅੰਦਰ ਕੋਈ ਜਾਗਦਾ ਖੜਾਕਾ ਹੁੰਦਾ, ਫੇਰ ਨਹੀਂ ਆਉਂਦੇ। ਤੇ ਸਤਿਗੁਰ ਜੀ ਦੀ ਬਾਣੀ ਦਾ ਦ੍ਰਿਸ਼ਟਾਂਤ ਹੈ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਵਾਦ, ਮਨ ਸੋਇਆ ਮਾਇਆ ਵਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ। ਕੋਈ ਹੈ ਜਾਗਦਾ ਬਈ? ਕੋਈ ਹੈ ਜਾਗਦਾ? ਆ ਅੱਖਾਂ ਜਿਹੜੀਆਂ ਸੀਗੀਆਂ ਇਹ ਦੁਨੀਆ ਦੇ ਰੰਗ ਤਮਾਸ਼ੇ ਕਰ ਦੇਖ ਦੇਖ ਕੇ ਸਾਰੀ ਦਿਹਾੜੀ ਦੁਨੀਆ ਦੇ ਰੰਗ ਤਮਾਸ਼ੇ ਦੇਖ ਦੇਖ ਕੇ ਥੱਕ ਕੇ ਇਹ ਵੀ ਸੌਂ ਗਈਆਂ। ਨੈਣੋ ਨੀਂਦ ਪਰ ਦ੍ਰਿਸ਼ਟ, ਪਰਾਇਆ ਤਨ ਪਰਾਇਆ ਧਨ, ਇਹ ਵੇਖ ਵੇਖ ਕੇ ਇਹ ਵੀ ਥੱਕ ਗਈਆਂ, ਇਹ ਵੀ ਸੌਂ ਗਈਆਂ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਸਾਰੀ ਦਿਹਾੜੀ ਚੁਗਲੀ ਨਿੰਦਿਆ ਸੁਣ ਸੁਣ ਕੇ ਕੰਨ ਵੀ ਸੌਂ ਗਏ, ਇਹ ਵੀ ਥੱਕ ਕੇ ਸੌਂ ਗਏ। ਰਸਨਾ ਸੋਈ ਲੋਭ ਮੀਠੇ ਸਵਾਦ, ਇਹ ਜੀਭ ਵੀ ਜਿਹੜੀ ਸੀਗੀ ਇਹ ਦੁਨੀਆ ਦੇ ਪਦਾਰਥਾਂ ਨੂੰ ਚੱਖ ਚੱਖ ਕੇ, ਰਸਾਂ ਕਸਾਂ ਨੂੰ ਚੱਖ ਚੱਖ ਕੇ ਇਹ ਵੀ ਸੌਂ ਗਈ। ਮਨ ਸੋਇਆ ਮਾਇਆ ਵਿਸਮਾਦ, ਇੱਕ ਮਨ ਸੀਗਾ ਇਹ ਜਦੋਂ ਰਾਤ ਨੂੰ ਮੰਜੇ ਤੇ ਲੰਮਾ ਸੁੱਤਾ ਪਿਆ ਇਹ ਵੀ ਸੌਂ ਗਿਆ। ਮਾਇਆ ਦਾ ਹਿਸਾਬ ਕਰਦਾ ਕਰਦਾ ਇਹਨੂੰ ਵੀ ਨੀਂਦ ਆ ਗਈ। ਅੱਜ ਕਿੰਨੇ ਵੱਟੇ ਨੇ ਤੇ ਕਿੰਨਾ ਖਰਚਾ ਹੋਇਆ, ਕਿੰਨਾ ਬਕਾਇਆ, ਮਾਇਆ ਦਾ ਹਿਸਾਬ ਕਰਦਾ ਕਰਦਾ ਮਨ ਵੀ ਸੌਂ ਗਿਆ। ਗੁਰੂ ਸਾਹਿਬ ਜੀ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ। ਉਹ ਇਸ ਘਰ ਦੇ ਵਿੱਚ ਕੋਈ ਜਾਗਦਾ ਹੈ? ਸਾਰੇ ਸੁੱਤੇ ਪਏ ਹੋ, ਇਸ ਘਰ ਮੈਂ ਕੋਈ ਜਾਗਤ ਰਹੇ। ਸਾਬਤ ਵਸਤ ਹੋ ਆਪਣੀ ਲਹੇ, ਉਹ ਆਪਣੀ ਸਾਬਤ ਵਸਤ ਬਚਾ ਸਕਦਾ ਹੈ ਜਿਹੜਾ ਘਰ ਵਿੱਚ ਜਾਗਦਾ ਹੋਇਆ। ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਗੁਰ ਦਿਖਲਾਈ ਮੋਰੀ, ਉਹ ਗੁਰੂ ਨੇ ਮੈਨੂੰ ਮੇਰੀਆਂ ਕਮਜ਼ੋਰੀਆਂ ਦੱਸ ਦਿੱਤੀਆਂ। ਕਿਹਨਾਂ ਦੇ ਰਾਹੀਂ? ਚੋਰ ਅੰਦਰ ਆਉਂਦੇ ਸਨ, ਇਹਨਾਂ ਅੱਖਾਂ ਦੇ ਰਾਹੀਂ। ਇਹ ਪਰ ਤਨ ਵੇਖਦੀਆਂ ਸਨ, ਪਰ ਧਨ ਵੇਖਦੀਆਂ ਸਨ, ਇਹਨਾਂ ਦੇ ਰਾਹੀਂ ਅੰਦਰ ਚੋਰ ਵੜੇ। ਇਹ ਕੰਨਾਂ ਦੇ ਰਾਹੀਂ ਅੰਦਰ ਚੋਰ ਵੜੇ, ਮੁਖ ਦੇ ਰਾਹੀਂ ਅੰਦਰ ਚੋਰ ਵੜੇ, ਵਿਕਾਰਾਂ ਦੇ ਰਾਹੀਂ ਇੰਦਰੀਆਂ ਦੇ ਰਾਹੀਂ ਅੰਦਰ ਚੋਰ ਵੜੇ। ਮੈਨੂੰ ਮੋਹਰੀਆਂ ਦਾ ਪਤਾ ਲੱਗ ਗਿਆ, ਮੈਨੂੰ ਕਮਜ਼ੋਰੀਆਂ ਦਾ ਪਤਾ ਲੱਗ ਗਿਆ। ਜਿਤ ਮਰਗ ਪਰਤ ਹੈ ਚੋਰੀ, ਉਹ ਜਿਹੜੇ ਹਿਰਨ ਸੀਗੇ, ਵਿਕਾਰ ਜਿਹੜੇ ਸੀਗੇ, ਉਹ ਚੋਰੀ ਚੋਰੀ ਮੈਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਮੇਰੇ ਅੰਦਰ ਕਦੋਂ ਵੜ ਗਏ। ਮੂੰਦ ਲਿਏ ਦਰਵਾਜੇ। ਹੁਣ ਕੀ ਹੋਇਆ? ਹੁਣ ਜਦੋਂ ਪਤਾ ਲੱਗ ਗਿਆ ਕਿ ਚੋਰ ਅੰਦਰ ਬੜੇ ਆ, ਫਿਰ ਮੈਂ ਰੌਲਾ ਪਾਇਆ। ਜਿਹਦੇ ਘਰ ਚੋਰ ਅੰਦਰ ਵੜ ਜਾਣ ਤੇ ਉਹ ਰੌਲਾ ਪਾਉਂਦਾ, ਬਚਾਓ ਭਈ ਬਚਾਓ ਬਚਾਓ। ਹੁਣ ਸਤਿਗੁਰ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਉਹ ਜਿਹੜੇ ਸ਼ੇਖ ਸੀ, ਕਮਜ਼ੋਰੀਆਂ ਸੀਗੀਆਂ, ਉਹਨਾਂ ਦੇ ਰਾਹੀਂ ਮੈਨੂੰ ਪਤਾ ਚੱਲਿਆ ਕਿ ਇਧਰੋਂ ਇਧਰੋਂ ਇਹ ਚੋਰ ਅੰਦਰ ਵੜਦੇ। ਜਿਵੇਂ ਜ਼ਿਮੀਂਦਾਰ ਨੂੰ ਪਤਾ ਲੱਗ ਜਾਵੇ ਕਿ ਖੇਤ ਦੀ ਦਿੱਤੀ ਹੋਈ ਵਾੜ ਦੇ ਵਿੱਚੋਂ ਕਿੱਥੋਂ ਅੰਦਰ ਜਾਨਵਰ ਵੜਿਆ,
ਉਹ ਫਿਰ ਉਹਨੇ ਹਿੱਸੇ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦਾ ਕਿ ਮੈਨੂੰ ਬੰਦ ਕਰਦਾ ਮੁੜ ਕੇ ਨਾ ਵੜ ਜਾਵੇ। ਹੁਣ ਕਬੀਰ ਸਾਹਿਬ ਜੀ ਇਹ ਸਾਨੂੰ ਸਮਝਾ ਰਹੇ ਨੇ, ਉਹ ਮੋਹਰੀਆਂ ਇਸ ਸਰੀਰ ਰੂਪੀ ਖੇਤ ਦੇ ਵਿੱਚ ਕਿਹੜੀਆਂ ਕਿਹੜੀਆਂ ਮੋਹਰੀਆਂ ਸਨ, ਕਿਹੜੀਆਂ ਕਿਹੜੀਆਂ ਕਮਜ਼ੋਰੀਆਂ ਸਨ, ਜਿਨ੍ਹਾਂ ਦੇ ਰਾਹੀਂ ਵਿਕਾਰ ਅੰਦਰ ਆ ਗਏ। ਗੁਰਮੁਖ ਪਿਆਰ ਵਾਲਿਓ, ਜਦੋਂ ਸਾਨੂੰ ਇਸ ਗੱਲ ਦਾ ਗਿਆਨ ਹੋ ਜਾਣਾ ਸੀ ਕਿ ਚਰਨ ਤਾਂ ਪਰਸ ਕੇ ਹੱਥ ਚਰਨ ਗੁਰ ਅਮਰ ਪਵਲਰ ਹੈ, ਹੱਥ ਤਾਂ ਪਰਸ ਕੇ ਹੱਥ ਹੱਥ ਲੱਗਾ ਗੁਰ ਅਮਰ ਪਹਿ, ਜੀ ਤਾਂ ਪਰਸ ਕੇ ਹੱਥ ਜੀ ਗੁਰ ਅਮਰ ਭਣੀਜੈ, ਨੈਣ ਤਾਂ ਪਰਸ ਕੇ ਹੱਥ ਨੈਣ ਗੁਰ ਅਮਰ ਪਖੀਜੈ, ਸਰਵਣ ਤਾਂ ਪਰ ਸਕਿਆਥ ਸਰਵਣ ਗੁਰ ਅਮਰ ਸਨੀਜੈ, ਸਕਿਆਥ ਸੋ ਹੀਏ ਜਿਤ ਹੀਏ ਵਸੇ ਗੁਰ ਅਮਰਦਾਸ, ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਜਦੋਂ ਮੈਨੂੰ ਪਤਾ ਲੱਗ ਗਿਆ ਇਹਨਾਂ ਦਰਵਾਜ਼ਿਆਂ ਦੇ ਰਾਹੀਂ ਆਉਂਦੇ ਚੋਰ, ਤੇ ਮੈਂ ਉੱਥੇ ਗੁਰੂ ਗੁਰੂ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਕੰਨਾਂ ਦੇ ਰਾਹੀਂ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਚੋਰ ਆਵੇਗਾ ਕਿਵੇਂ, ਨਿੰਦਿਆ ਜਾਵੇਗੀ ਕਿਵੇਂ ਅੰਦਰ, ਜਦੋਂ ਇਹਨਾਂ ਕੰਨਾਂ ਦੇ ਰਾਹੀਂ ਬਾਣੀ ਨੂੰ ਸੁਣਨਾ ਹੈ, ਜਦੋਂ ਇਸ ਰਸਨਾ ਦੇ ਰਾਹੀਂ ਗੁਰੂ ਗੁਰੂ ਕਰਨਾ ਹੈ, ਚੋਰ ਆਵੇਗਾ ਕਿਵੇਂ। ਇਸ ਕਰਕੇ ਜਦੋਂ ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਵੇਖਣੇ ਨੇ, ਚੋਰ ਵੜੇਗਾ ਕਿਵੇਂ। ਇਸ ਕਰਕੇ ਹੁਣ ਸਤਿਗੁਰ ਨੇ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ। ਮੂੰਦਲੀਏ, ਮੂੰਦਲੀ ਦਾ ਭਾਵ ਹੈ ਬੰਦ ਕਰ ਦਿੱਤੇ। ਹੁਣ ਮੈਂ ਉਹ ਦਰਵਾਜ਼ੇ ਜਿਨ੍ਹਾਂ ਰਾਹੀਂ ਚੋਰ ਅੰਦਰ ਵੜਦੇ ਸੀ, ਗੁਰੂ ਨੇ ਐਸੀ ਕਿਰਪਾ ਕੀਤੀ ਹੈ, ਉਹ ਮੈਂ ਦਰਵਾਜ਼ਿਆਂ ਨੂੰ ਬੰਦ ਕਰ ਦਿੱਤਾ ਹੈ। ਬਾਜੀਲੇ ਅਨਹਦ ਬਾਜੇ, ਬਾਜੀਲੇ ਅਨਹਦ ਬਾਜੇ। ਜਿਹੜਾ ਅੰਦਰ ਵਿਕਾਰਾਂ ਦਾ ਸ਼ੋਰ ਸੀਗਾ ਨਾ ਅੰਦਰ, ਹੁਣ ਕੀ ਹੋਇਆ, ਹੁਣ ਗੁਰੂ ਗੁਰੂ ਕਰਨਾ ਸ਼ੁਰੂ ਕਰ ਦਿੱਤਾ ਹੈ, ਹੁਣ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਜਿਉਂ-ਜਿਉਂ ਉੱਚੀ ਉੱਚੀ ਵਾਹਿਗੁਰੂ 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 ਕੀਤਾ ਨਾ, ਤੇ ਉਹ ਚੋਰ ਜਿਹੜੇ ਸੀ ਉਹ ਭੱਜ ਗਏ। ਉਹ ਅਨਹਦ ਵਾਜੇ ਕਿਹੜੇ ਨੇ, ਆਓ ਆਪਾਂ ਵੀ ਉਹਨਾਂ ਅਨਹਦ ਵਾਜਿਆਂ ਨੂੰ ਸਮਝਣ ਦਾ ਯਤਨ ਕਰੀਏ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ। ਬਾਜੀ ਵਾਲੇ ਅਨਹਦ ਬਾਜੇ, ਆਹ ਬਾਜੇ ਵੱਜਣ ਲੱਗ ਪਏ ਹੁਣ ਅੰਦਰ। ਜਦੋਂ ਇਹ ਬਾਜੇ ਅੰਦਰ ਵੱਜੇ ਨਾ, ਅੰਦਰ ਸਿਮਰਨ ਦੀਆਂ ਦਾਤ ਚੱਲੀ, ਗੁਰੂ ਗੁਰੂ ਕੀਤਾ। ਤੇ ਫਿਰ ਕੀ ਹੋਇਆ, ਜਦੋਂ ਇਹ ਬਾਜੇ ਵੱਜੇ ਉਹ ਚੋਰ ਭੱਜ ਗਏ, ਪਰਮੇਸ਼ਰ ਦਿੱਤਾ ਬੰਨਾ। ਹੁਣ ਕੀ ਹੋਇਆ, ਉਹ ਜਿਹੜੇ ਮੂੰਦਲੀਏ ਦਰਵਾਜ਼ੇ, ਪਰਮੇਸ਼ਰ ਦਿੱਤਾ ਬੰਨਾ, ਬੰਨਾ ਮਾਰ ਦਿੱਤਾ, ਰੋਕ ਲਾ ਦਿੱਤੀ, ਭਈ ਹੁਣ ਨਹੀਂ ਇਹਦੇ ਅੰਦਰ ਜਾਣਾ। ਕਿਉਂਕਿ ਪਹਿਰਾ ਲਾ ਦਿੱਤਾ ਨਾ ਅੰਦਰ, ਅੱਖਾਂ ਤੇ ਵੀ ਪਹਿਰਾ ਲਾ ਦਿੱਤਾ ਹੈ। ਅੱਖਾਂ ਨੂੰ ਕਹਿ ਦਿੱਤਾ, ਹਉ ਤਿਸ ਘੋਲ ਘੁਮਾਇਆ, ਪਰ ਦਰਬੇ ਨੂੰ ਹੱਥ ਨਾ ਲਾਵੈ। ਹਉ ਤਿਸ ਘੋਲ ਘੁਮਾਇਆ, ਪਰ ਨਾਲੀ ਦੇ ਨੇੜ ਨਾ ਜਾਵੈ। ਹਉ ਤਿਸ ਘੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੈ। ਮੈਂ ਸਦਕੇ ਜਾਵਾਂ ਉਹਨਾਂ ਤੋਂ, ਕਿਹਨਾਂ ਤੋਂ, ਜਿੱਥੇ ਨਿੰਦਿਆ ਹੋ ਰਹੀ ਹੋਵੇ ਤੇ ਬੰਦਾ ਉੱਠ ਕੇ ਪਰੇ ਨੂੰ ਚੱਲ ਜਾਵੇ। ਤੇ ਆਪਾਂ ਕੀ ਕਰਦੇ ਆ, ਜਿੱਥੇ ਹੁੰਦੀ ਹੋ ਰਵੇ ਪਰੇ ਤੂੰ ਹੋ ਕੇ ਫਿਰ ਉਹਦੇ ਨੂੰ ਆ ਕੇ ਬਹਿ ਜਨੇ ਵਿੱਚ। ਨਹੀਂ, ਮੈਂ ਸਦਕੇ ਜਾਵਾਂ ਉਹਨਾਂ ਤੋਂ,
ਜਿੱਥੇ ਕਿਸੇ ਦੀ ਬੁਰਾਈ ਹੁੰਦੀ ਹੋਵੇ, ਚੁਗਲੀ ਨਿੰਦਿਆ ਹੋ ਰਹੀ ਹੋਵੇ, ਸਦਕੇ ਜਾਵਾਂ ਜਿਹੜੇ ਉੱਠ ਕੇ ਲਾਂਭੇ ਹੋ ਜਾਣ। ਤੇ ਸਤਿਗੁਰੂ ਜੀ ਸਮਝਾ ਰਹੇ ਨੇ, ਭਗਤ ਕਬੀਰ ਸਾਹਿਬ ਜੀ ਸਮਝਾ ਰਹੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਵਿੱਚ ਜ਼ਿਕਰ ਕਰਦੇ ਨੇ। ਹੁਣ ਪਰਮੇਸ਼ਰ ਨੇ ਐਸੀ ਕਿਰਪਾ ਕਰ ਦਿੱਤੀ, ਪਰਮੇਸ਼ਰ ਦਿੱਤਾ ਬੰਨ ਲਾ ਦਿੱਤਾ, ਰੋਕ ਲਾ ਦਿੱਤੀ, ਦੁੱਖ ਰੋਗ ਕਾ ਡੇਰਾ ਭੰਨਾ। ਉਹ ਜਿਹੜੇ ਦੁੱਖ ਸੀ, ਜਿਹੜੇ ਅੰਦਰ ਵਿਕਾਰੀ ਰੋਗ ਸੀ, ਡੇਰਾ ਲਾ ਕੇ ਬਹਿ ਗਏ ਸੀ, ਜਿਹੜੇ ਜਾਣ ਦਾ ਨਾਂ ਨਹੀਂ ਸੀ ਲੈਂਦੇ, ਉਹਨਾਂ ਦੇ ਡੇਰੇ ਚੁਕਾ ਦਿੱਤੇ। ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਆ ਸਭ ਥਾਈ, ਸੰਤੋ ਮਨ ਪਵਨੇ ਸੁਖ ਬਣਿਆ, ਸੰਤੋ ਸੁਖ ਹੋਆ ਸਭ ਥਾਈ। ਹੁਣ ਕੀ ਹੋਇਆ? ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਕਹੋ ਨਾਨਕ ਗੁਰ ਮੰਤਰ ਦੜਾਇਆ। ਕਿਵੇਂ ਆਇਆ ਸੁਖ? ਕਿਵੇਂ ਆਇਆ ਸੁਖ ਘਰ ਵਿੱਚ? ਮਾਇਆ ਦੇ ਨਾਲ ਨਹੀਂ ਆਇਆ, ਧੀਆਂ ਪੁੱਤਰਾਂ ਦੇ ਨਾਲ ਨਹੀਂ ਆਇਆ, ਰਾਜ ਭਾਗ ਦੇ ਨਾਲ ਨਹੀਂ ਆਇਆ, ਸੇਵਾ ਸਿਮਰਨ ਦੇ ਘਰ ਨਾਲ ਆਇਆ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਸੰਬਰ ਇੱਕ ਹੈ, ਨਾਮ ਜਪਤ ਅਗਨੰਤ ਅਨੇਕੇ। ਹੁਣ ਮੈਨੂੰ ਗੁਰੂ ਨੇ ਸਮਝਾਇਆ ਭਈ ਸੁਖ ਤਾਂ ਸਿਮਰਨ ਦੇ ਨਾਲ ਆਉਣਾ ਸੀ, ਮੈਂ ਕਿਹਾ ਖਰੇ ਮਾਇਆ ਦੇ ਨਾਲ ਆਉਣਾ ਸੀ। ਇਸ ਕਰਕੇ ਮੈਂ ਮਾਇਆ ਦੇ ਮਗਰ ਦੌੜ ਲਾਤੀ। ਸੁਖ ਨਾਹੀ ਰੇ ਬਹੁਤਾ ਧਨ ਖਾਟੇ, ਭਾਈ ਗੁਜਰਾਨ ਤਾਂ ਕਰਨਾ, ਪਰ ਇਸ ਵਿੱਚ ਸੁਖ ਨਹੀਂ ਕਿ ਤੂੰ ਮਾਇਆ ਦੀਆਂ ਪੰਡਾ ਬਣ ਕੇ ਕਹੇ ਕਿ ਸੁਖ ਮੇਰੇ ਕੋਲ ਆ ਗਿਆ। ਇਸ ਕਰਕੇ ਸਤਿਗੁਰੂ ਜੀ ਸਮਝਾ ਰਹੇ ਨੇ, ਬਾਜੀ ਵਾਲੇ ਅਨਹਦ ਬਾਜੇ। ਉਹ ਜਦੋਂ ਬਾਜੇ ਅੰਦਰ ਵੱਜਣੇ ਸ਼ੁਰੂ ਹੋ ਗਏ, ਉਹ ਜਿਹੜੇ ਵਕਾਰ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸੀ, ਅੰਦਰ ਡੇਰਾ ਲਾ ਕੇ ਬੈਠੇ ਸਨ। ਗੁਰੂ ਨੇ ਉਹਨਾਂ ਦੇ ਡੇਰੇ ਚੁਕਾ ਦਿੱਤੇ। ਕੁੰਭ ਕਮਲ ਜਲ ਭਰਿਆ, ਕੁੰਭ ਕਮਲ ਜਲ ਭਰਿਆ, ਕੁੰਭ ਘੜਾ ਜਲ ਵਿਕਾਰਾਂ ਦੇ ਨਾਲ। ਹੁਣ ਕੀ ਹੋਇਆ? ਕੁੰਭ ਕਮਲ ਜਲ ਭਰਿਆ। ਜਿਹੜਾ ਮੇਰਾ ਇਹ ਹਿਰਦਾ ਰੂਪੀ ਭਾਂਡਾ ਸੀਗਾ ਨਾ, ਇਹ ਪਹਿਲੇ ਵਿਕਾਰਾਂ ਦੇ ਨਾਲ ਭਰਿਆ ਹੋਇਆ ਸੀਗਾ, ਔਰ ਵਿਕਾਰਾਂ ਦੇ ਨਾਲ ਭਰਨ ਕਰਕੇ ਮੈਨੂੰ ਇਹ ਦੁਖੀ ਕਰਦਾ ਸੀਗਾ। ਤੇ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ, ਸੰਗਤ ਵਿੱਚ ਆਏ, ਗੁਰੂ ਕੋਲ ਆਏ, ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਤੇ ਜਦੋਂ ਪੰਜਾਂ ਸਿੰਘਾਂ ਕੋਲ, ਪੰਜਾਂ ਪਿਆਰਿਆਂ ਕੋਲ ਅੰਮ੍ਰਿਤ ਦੀ ਦਾਤ ਲਈ ਨਾ, ਤੇ ਸਮਰੱਥ ਗੁਰੂ ਸਿਰ ਹੱਥ ਧਰਿਓ। ਤੇ ਪੰਜਾਂ ਸਿੰਘਾਂ ਨੇ ਜਦੋਂ ਸਿਮਰਨ ਕਰਾਇਆ, ਬੋਲ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਉਹ ਵਾਹਿਗੁਰੂ ਜੀ ਕੀ ਫਤਿਹ। ਜਦੋਂ ਨੇਤਰਾਂ 'ਚ 5 ਛੱਟੇ ਮਾਰੇ ਅੰਮ੍ਰਿਤ ਦੀ ਦਾਤ ਦੇ, ਨੇਤਰਾਂ ਵਿੱਚ, ਸੀਸ ਤੇ, ਮੁਖ ਤੇ, ਆਖਿਆ ਨੇ ਤੇਰੇ ਨੇਤਰਾਂ 'ਚ ਅੰਮ੍ਰਿਤ ਦੇ ਜਲ ਦੇ ਛੱਟੇ ਮਾਰ ਕੇ ਗੁਰੂ ਨੇ ਆਖਿਆ, ਅੱਜ ਤੋਂ ਲੈ ਕਰਕੇ ਇਹਨਾਂ ਨੇਤਰਾਂ ਦੇ ਨਾਲ ਤੂੰ ਵਿਕਾਰ ਨਹੀਂ ਜੇ ਵੇਖਣੇ, ਦੁਨੀਆ ਦੇ ਰੰਗ ਤਮਾਸ਼ੇ ਨਹੀਂ ਜੇ ਵੇਖਣੇ। ਤੇਰੀ ਸ੍ਰੇਸ਼ਟ ਬੁੱਧੀ ਜਿਹੜੀ ਹੈ, ਕੇਸਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪਾਈ ਕਿ ਇਸ ਬੁੱਧੀ ਦੇ ਨਾਲ ਤੂੰ ਉੱਤਮ ਗੁਣਾਂ ਨੂੰ ਗ੍ਰਹਿਣ ਕਰਨਾ ਹੈ। ਮੁੱਖ ਦੇ ਵਿੱਚ ਪਾਏ ਅੰਮ੍ਰਿਤ ਦੀ ਦਾਤ ਭਾਈ, ਗੁਰੂ ਗੁਰੂ ਜਪਣਾ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਕੁੰਭ ਕਮਲ ਜਲ ਭਰਿਆ, ਉਹ ਵਿਕਾਰਾਂ ਦਾ ਭਰਿਆ ਹੋਇਆ ਜਿਹੜਾ ਘੜਾ ਸੀਗਾ, ਉਹ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ। ਤੇ ਆਖ ਦਿੱਤਾ ਪੰਜ ਸਿੰਘਾਂ ਨੇ ਭਈ ਅੱਜ ਤੋਂ ਲੈ ਕਰਕੇ ਪਿਛਲਾ ਜਨਮ ਤੁਹਾਡਾ ਖਤਮ। ਉਹ ਪਿਛਲੇ ਜਨਮ ਦੇ ਵਿੱਚ, ਪਹਿਲੇ ਜਨਮ ਵਿੱਚ ਕੀਤੇ ਹੋਏ ਜਿਹੜੇ ਕਰਮ ਸੀ, ਤੁਹਾਨੂੰ ਸਾਰੇ ਮਾਫ ਕਰ ਦਿੱਤੇ ਨੇ। ਅੱਜ ਤੋਂ ਲੈ ਕਰਕੇ ਤੁਹਾਡਾ ਨਵਾਂ ਜੀਵਨ ਸ਼ੁਰੂ ਹੋ ਗਿਆ ਹੈ। ਜਲ ਮੇਟਿਆ ਊਬਾ ਕਰਿਆ, ਜਲ ਮੇਟਿਆ ਮੂਧਾ ਕਰ ਦਿੱਤਾ ਹੈ। ਜਿਹੜਾ ਭਾਂਡਾ ਜਿਹਦੇ ਵਿੱਚ ਵਿਕਾਰ ਸੀ, ਉਸ ਭਾਂਡੇ ਵਿੱਚੋਂ, ਹਿਰਦੇ ਦੇ ਵਿੱਚੋਂ ਸਾਰੇ ਵਿਕਾਰ ਟੇਢੇ ਕਰ ਦਿੱਤੇ, ਭਾਵ ਉਲਟਾ ਦਿੱਤਾ ਤੇ ਊਬਾ ਕਰਿਆ। ਉਹ ਭਾਂਡਾ ਜਿਹੜਾ ਸੀ ਹੁਣ ਸਿੱਧਾ ਕਰਕੇ ਰੱਖ ਦਿੱਤਾ। ਹੁਣ ਉਸ ਭਾਂਡੇ ਵਿੱਚ ਮੈਂ ਅੰਮ੍ਰਿਤ ਦੀਆਂ ਨਿਤਨੇਮ ਬਾਣੀਆਂ ਦੀ ਦਾਤ ਪਾਉਣਾ, ਸਿਮਰਨ ਦੀ ਦਾਤ ਪਾਉਣਾ, ਸੇਵਾ ਦੀ ਦਾਤ ਪਾਉਣਾ ਹਾਂ। ਕਹੋ ਕਬੀਰ ਜਨ ਜਾਣਿਆ, ਕਹੋ ਕਬੀਰ ਜਨ ਜਾਣਿਆ। ਪਹਿਲੇ ਤੇ ਮੈਨੂੰ ਸਮਝ ਹੀ ਕੋਈ ਨਹੀਂ ਸੀਗੀ, ਪਰ ਹੁਣ ਕੀ ਹੋਇਆ? ਹੁਣ ਮੈਂ ਜਾਣ ਗਿਆ ਸਮਰੱਥ ਗੁਰੂ ਨੂੰ। ਹੁਣ ਮੈਨੂੰ ਗੱਲ ਦੀ ਸਮਝ ਆ ਗਈ ਹੈ ਕਿ ਸਮਰੱਥ ਗੁਰੂ ਸਿਰ ਹੱਥ ਧਰਿਓ। ਹੁਣ ਮੈਨੂੰ ਇਸ ਗੱਲ ਦੀ ਸਮਝ ਆ ਗਈ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ।
ਜਪ ਮਨ ਸਤਨਾਮ ਸਦਾ ਸਤਨਾਮ ਕਹੋ ਕਬੀਰ ਜਨ ਜਾਣਿਆ। ਹੁਣ ਮੈਂ ਇਹ ਗੱਲ ਨੂੰ ਜਾਣ ਲਿਆ ਹੈ। ਜੋ ਜਾਣਿਆ ਤੋ ਮਨ ਮਾਨਿਆ। ਜੋ ਜਾਣਿਆ ਤੋ ਮਨ ਮਾਨਿਆ। ਪਹਿਲੇ ਤਾਂ ਮੇਰਾ ਮਨ ਮੰਨਦਾ ਹੀ ਨਹੀਂ ਸੀਗਾ, ਅੰਮ੍ਰਿਤ ਛਕਣ ਨੂੰ ਮਨ ਹੀ ਨਹੀਂ ਸੀ ਮੰਨਦਾ। ਕਈ ਤਰ੍ਹਾਂ ਦੇ ਸਵਾਲ ਕਰਦਾ ਸੀ, ਕਈ ਤਰ੍ਹਾਂ ਦੇ। ਅਸੀਂ ਇਹ ਅੰਮ੍ਰਿਤ ਮਨ ਸੁੱਚਾ ਹੋਣਾ ਚਾਹੀਦਾ ਜੀ, ਮਨ ਸਾਫ਼ ਹੋਣਾ ਚਾਹੀਦਾ ਜੀ, ਇਹ ਉਹ ਇਦਾਂ ਦੇ ਆਨੇ ਬਹਾਨੇ ਜਿਹੜੇ ਮਨ ਬੜੇ ਮਾਰਦਾ ਸੀਗਾ ਨਾ, ਉਹ ਮਨ ਹੁਣ ਗੱਲ ਸਮਝ ਗਿਆ ਪਈ ਨਹੀਂ ਅੰਮ੍ਰਿਤ ਛਕੇ ਬਗੈਰ ਗੱਲ ਬਣਨੀ ਨਹੀਂ। ਜੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਜਦੋਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੰਦੇ ਨੇ, ਦਇਆ ਰਾਮ ਨੂੰ ਦਇਆ ਸਿੰਘ ਬਣਾਉਂਦੇ ਨੇ, ਤੇ ਆਪ ਵੀ ਪੰਜਾਂ ਪਿਆਰਿਆਂ ਦੇ ਕੋਲ ਚੌਂਕੜਾ ਮਾਰ ਕਰਕੇ ਵੀਰ ਆਸਣ ਦੇ ਵਿੱਚ ਬੈਠ ਕਰਕੇ ਪੰਜਾਂ ਪਿਆਰਿਆਂ ਨੂੰ ਬੇਨਤੀ ਕਰਦੇ ਨੇ ਕਿ ਮੈਂ ਤੁਹਾਨੂੰ ਦਇਆ ਰਾਮ ਤੋਂ ਦਇਆ ਸਿੰਘ ਬਣਾ ਦਿੱਤਾ, ਪਰ ਮੈਂ ਆਪਣੇ ਆਪ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਨਹੀਂ ਬਣ ਸਕਦਾ। ਇਹ ਜਿਹੜੀ ਦਾਤ ਤੁਹਾਨੂੰ ਦਿੱਤੀ ਹੈ, ਇਹ ਦਾਤ ਮੇਰੀ ਝੋਲੀ ਵਿੱਚ ਵੀ ਪਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਜੇ ਅਮਰ ਦੀ ਦਾਤ ਪ੍ਰਾਪਤ ਕਰ ਸਕਦੇ ਨੇ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਸਕਦੇ ਨੇ, ਅੱਜ ਗੁਰੂ ਕਾ ਸਿੱਖ ਕਿੰਤੂ ਪਰੰਤੂ ਕਰੇ ਕਿ ਅੰਮ੍ਰਿਤ ਛਕਣ ਦੀ ਲੋੜ ਕੀ ਹੈ? ਨਹੀਂ ਪਈ, ਨਹੀਂ। ਹੁਣ ਮੇਰਾ ਮਨ ਮੰਨਿਆ, ਭਾਵ ਮੰਨ ਗਿਆ ਹੈ। ਸਤਿਗੁਰੂ ਜੀ ਸਮਝਾ ਰਹੇ ਹਨ, ਜੋ ਜਾਣਿਆ ਤੋ ਮਨ ਮਾਨਿਆ। ਭਾਵੇ ਹੈ ਕਿ ਮੇਰਾ ਮਨ ਹੁਣ ਪਤੀਜ ਗਿਆ ਹੈ, ਮੰਨ ਗਿਆ ਹੈ। ਆਓ ਸ਼ਬਦ ਅਰਥ ਕਰਦਿਆਂ, ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਸਾਸਮ ਬਖਸ਼ਣਯੋਗ ਹੈ। ਗੁਰੂ ਸਮਤ ਬਖਸ਼ਿਸ਼ ਕਰੇ। ਤੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ। ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟਨ ਧੰਨਵਾਦ ਹੈ। ਸ਼ਬਦ ਅਰਥ ਕਰਦਿਆਂ, ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਸਾਸਮ ਬਖਸ਼ਣਯੋਗ ਹੈ। ਗੁਰੂ ਸਮਤ ਬਖਸ਼ਿਸ਼ ਕਰੇ। ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।